ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰੂ ਨਿਸਾ ਭਈ ਪੁਨ ਆਏ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ ਬੈਠ ਪ੍ਰਿਅੰਕ ਸੁਹਾਏ। ਇਸ ਕ੍ਰਿਤ ਕੋ ਕਰ ਸਤਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋਏ ਸਤ ਸੰਗੀ ਜਣੋ ਜੀ, ਇੱਕ ਵਾਰੀ ਹੋਰ ਫਤਿਹ ਦੀ ਸਾਂਝ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਖੇਚਲ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਕੱਲ ਵਾਲਾ ਪ੍ਰਸੰਗ ਜਿਹੜਾ ਆਪਣੇ ਸਰਵਣ ਕੀਤਾ ਸੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਚੰਦੂ ਦਾ ਭੇਜਿਆ ਹੋਇਆ ਇੱਕ ਸਿਪਾਹੀ ਆਇਆ ਜਿਹਨੂੰ ਅਹਿਦੀਆ ਕਹਿੰਦੇ ਸੀ। ਉਹਨੇ ਭਰੇ ਹੋਏ ਦਰਬਾਰ ਵਿੱਚ ਆਣ ਕੇ ਪਰਵਾਨਾ ਫੜਾਇਆ, ਭਾਵ ਕਿ ਚਿੱਠੀ ਫੜਾਈ, ਜਿਹੜਾ ਪਰਵਾਨਾ ਚੰਦੂ ਵੱਲੋਂ ਧੰਨ ਗੁਰੂ ਅਰਜਨ ਸਾਹਿਬ ਨੂੰ ਭੇਜਿਆ ਗਿਆ ਸੀ। ਉਸ ਪਰਵਾਨੇ ਨੂੰ ਜਦੋਂ ਪੜ੍ਹਿਆ ਤੇ ਉਸ ਪਰਵਾਨੇ ਵਿੱਚ ਚੰਦੂ ਨੇ ਲਿਖਿਆ ਹੋਇਆ ਸੀ ਕਿ ਦੁੱਖ 2 ਲੱਖ ਰੁਪਈਆ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਪਰਵਾਨਾ ਪੜ੍ਹ ਕੇ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਮੈਂ ਆਪ ਹੀ ਲਾਹੌਰ ਆਵਾਂਗਾ, ਬਾਦਸ਼ਾਹ ਨਾਲ ਗੱਲ ਕਰਾਂਗਾ। ਚੰਦੂ ਦਾ ਭੇਜਿਆ ਹੋਇਆ ਸਿਪਾਹੀ ਅਹਿਦੀਆ ਜਦੋਂ ਲਾਹੌਰ ਚੰਦੂ ਕੋਲ ਗਿਆ, ਪਤਾ ਲੱਗਾ ਵੀ 2 ਲੱਖ ਰੁਪਈਆ ਲੈ ਕੇ ਨਹੀਂ ਆਇਆ। ਜਾਂ ਉਸ ਅਹਿਦੀਏ ਨੇ ਆਖਿਆ, ਉਹਨਾਂ ਨੇ ਇਹ ਗੱਲ ਆਖੀ ਹੈ ਵੀ ਮੈਂ ਬਾਦਸ਼ਾਹ ਨਾਲ ਆਪ ਹੀ ਗੱਲ ਕਰਾਂਗਾ। ਕੱਲ ਵਾਲੇ ਪ੍ਰਸੰਗ ਵਿੱਚ ਆਪ ਨੇ ਸਰਵਣ ਕੀਤਾ, ਚੰਦੂ ਨੇ ਬਲਦੀ ਤੇ ਤੇਲ ਪਾਇਆ। ਉਹਨੇ ਬਾਦਸ਼ਾਹ ਨੂੰ ਹੋਰ ਵੀ ਵਧਾ ਚੜਾ ਕੇ ਬੜਾ ਕੁਛ ਆਖਿਆ, ਪਰ ਬਾਦਸ਼ਾਹ ਨੇ ਆਖਿਆ ਵੀ ਕੁਝ ਸਮਾਂ ਉਡੀਕ ਕਰੋ। ਇੱਧਰ ਜਦੋਂ ਅਹਿਦੀਆ ਵਾਪਸ ਜਾਣ ਲੱਗਾ ਸੀ, ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਇਹ 2 ਲੱਖ ਰੁਪਈਆ ਚੰਦੂ ਨੇ ਬੇਸ਼ੱਕ ਲਿਖਿਆ ਵੀ ਬਾਦਸ਼ਾਹ ਨੇ ਮੰਗਿਆ, ਬਾਦਸ਼ਾਹ ਨੇ 2 ਲੱਖ ਰੁਪਈਆ ਤੁਹਾਡੇ ਕੋਲ ਨਹੀਂ ਮੰਗਿਆ। ਇਹ ਚੰਦੂ ਹੀ ਚਾਲਾਂ ਚਲਾ ਰਿਹਾ ਹੈ, ਇਹ ਉਹਦਾ ਆਪਣਾ ਮਨ ਦਾ ਇਹ ਖਿਆਲ ਹੈ ਔਰ ਉਹਦਾ ਲਾਲਚ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਤੇ ਗੁਰੂ ਕੀ ਸੰਗਤ ਨੂੰ ਆਖਿਆ, ਅਸਾਂ ਹੁਣ ਲਾਹੌਰ ਜਾਣਾ, ਸ਼ਹਾਦਤ ਸਾਡੀ ਵਸ਼ ਹੋਏਗੀ, ਹਰਗੋਬਿੰਦ ਨੂੰ ਆਪਾਂ ਗੁਰਤਾ ਗੱਦੀ ਬਖਸ਼ੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਿਹੜਾ ਉਪਦੇਸ਼ ਕੀਤਾ ਸੀ ਗੁਰੂ ਅਰਜਨ ਸਾਹਿਬ ਨੇ, ਸਾਡੇ ਤੋਂ ਪਿੱਛੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਨੂੰ ਤੇ ਸੰਗਤਾਂ ਨੂੰ ਆਖਿਆ ਪਈ ਸਿੱਖੀ ਦਾ ਪ੍ਰਚਾਰ ਕਰਨਾ, ਅੰਮ੍ਰਿਤ ਵੇਲੇ ਉੱਠਣਾ,
ਗੁਰਮਤਿ ਦੀਆਂ ਰਹੁ ਰੀਤਾਂ ਨੂੰ ਨਿਭਾਉਣਾ। ਤੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਜ਼ੂਰ ਕਹਿੰਦੇ ਨੇ, ਇੱਕ ਤੇ ਕਰਾਮਾਤ ਨਹੀਂ ਦਿਖਾਉਣੀ, ਦੂਜਾ ਧੀਰਜ ਆਪਣਾ ਕਾਇਮ ਰੱਖਣਾ। ਇਹ ਸੀ ਕੱਲ੍ਹ ਵਾਲਾ ਪ੍ਰਸੰਗ। ਗੁਰੂ ਅਰਜਨ ਦੇਵ ਮਹਾਰਾਜ ਹੁਣ ਲਾਹੌਰ ਜਾਣ ਵਾਸਤੇ ਤਿਆਰੀ ਕਰਦੇ ਹਨ। ਆਓ ਭਾਈ ਸਾਹਿਬ ਜੀ ਕੋਲੋਂ ਬਲਜੀਤ ਸਿੰਘ ਹੋਰਾਂ ਤੋਂ ਅੱਜ ਦਾ ਪ੍ਰਸੰਗ ਜਿਹੜਾ ਆਰੰਭ ਹੋਣਾ ਉਹ ਸਰਵਣ ਕਰੀਏ। ਹਾਂਜੀ। ਵਾਹਿਗੁਰੂ ਸਾਹਿਬ ਜੀ ਦੋਹਰਾ। ਇਸ ਕ੍ਰਿਤ ਕੋ ਕਰ ਸਤਿਗੁਰੂ, ਨਿਸਾ ਭਈ ਪੁਨ ਆਏ। ਭਾਵ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਤੇ ਇਹ ਕਾਰਜ ਕਰਕੇ ਸੰਗਤ ਨੂੰ ਉਪਦੇਸ਼ ਕਰਦਿਆਂ ਹੋਇਆਂ, ਆਉਣ ਵਾਲੇ ਸਮੇਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ, ਸੰਗਤ ਨੂੰ ਉਪਦੇਸ਼ ਕਰਦਿਆਂ ਹੋਇਆਂ ਰਾਤ ਪੈ ਗਈ। ਹਾਂਜੀ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ, ਬੈਠ ਪ੍ਰਿਅੰਕ ਸੁਹਾਏ। ਜਦੋਂ ਰਾਤ ਪੈ ਗਈ ਗੁਰੂ ਅਰਜਨ ਸਾਹਿਬ ਜੀ ਫਿਰ ਦਰਬਾਰ ਵਿੱਚੋਂ ਮਹੱਲਾਂ 'ਚ ਆ ਗਏ। ਜਦੋਂ ਘਰ ਵਿੱਚ ਪ੍ਰਵੇਸ਼ ਕੀਤਾ ਗੁਰੂ ਅਰਜਨ ਸਾਹਿਬ ਨੇ ਤੇ ਕਵੀ ਜੀ ਕਹਿੰਦੇ ਨੇ ਬੜੇ ਸੋਹਣੇ ਪਲੰਗ ਤੇ ਗੁਰੂ ਅਰਜਨ ਸਾਹਿਬ ਜੀ ਬੈਠ ਗਏ। ਚਾਉ ਪਈ ਸਾਧਵੀ ਸ਼੍ਰੀ ਗੰਗਾ ਚਲ ਆਈ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੋਹਣੇ ਜਿਹੇ ਪਲੰਗ ਤੇ ਬਿਰਾਜਮਾਨ ਹੋ ਗਏ, ਫਿਰ ਸ੍ਰੇਸ਼ਟ ਤੇ ਬੜੀ ਉੱਚੀ ਅਵਸਥਾ ਦੇ ਮਾਲਕ ਮਾਤਾ ਗੰਗਾ ਜੀ ਵੀ ਉਹਨਾਂ ਕੋ ਆਣ ਕੇ ਬੈਠ ਗਏ। ਬੈਠੀ ਨਿਕਟ ਦੇਖ ਸੁਖ ਪਾਈ। ਮਾਤਾ ਗੰਗਾ ਜੀ ਸਾਡੇ ਤੇ ਮਾਤਾ ਜੀ ਨੇ, ਪਰ ਗੁਰੂ ਅਰਜਨ ਸਾਹਿਬ ਦੇ ਮਹਿਲ ਸਨ। ਬੇਸ਼ੱਕ ਮਾਤਾ ਗੰਗਾ ਜੀ ਦੇ ਗੁਰੂ ਵੀ ਸਨ, ਰੱਬ ਵੀ ਸਨ, ਪਰ ਉਹਨਾਂ ਦੇ ਪਤੀ ਵੀ ਸਨ। ਮਾਤਾ ਗੰਗਾ ਜੀ ਉਹਨਾਂ ਦੇ ਕੋਲ ਬੈਠ ਗਏ ਔਰ ਬੜੇ ਨਿਗਾਹ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਵੇਖਿਆ ਤੇ ਦਰਸ਼ਨ ਪਾਏ। ਤੇ ਇਸ ਤਰ੍ਹਾਂ ਜਾਪਦਾ ਸੀ ਮਾਤਾ ਗੰਗਾ ਜੀ ਦਰਸ਼ਨ ਕਰਕੇ ਬੜਾ ਸੁਖ ਪਾ ਰਹੇ ਹਨ। ਸ਼੍ਰੀ ਅਰਜਨ ਸਭ ਬਾਤ ਬਖਾਨੀ। ਜਦੋਂ ਮਾਤਾ ਗੰਗਾ ਜੀ ਕੋਲ ਆਣ ਕੇ ਬੈਠ ਗਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਗੱਲਾਂ ਬਾਤਾਂ ਕਰ ਲੱਗ ਪਏ ਮਾਤਾ ਗੰਗਾ ਜੀ ਦੇ ਨਾਲ। ਸੁਨੋ ਆਰਜੇ ਭਾਗ ਮਹਾਨੀ। ਮਹਾਰਾਜ ਕਹਿੰਦੇ ਨੇ, ਹੇ ਸ੍ਰੇਸ਼ਟ ਅਤੇ ਉੱਤਮ ਭਾਗਾਂ ਵਾਲੀਏ, ਹੇ ਵੱਡੇ ਭਾਗਾਂ ਵਾਲੀਏ, ਸੁਣ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਹਾਂ ਅੱਜ। ਹਾਂਜੀ। ਲਵਪੁਰ ਕੋ ਹਮ ਕਰਹਿ ਪਿਆਨਾ। ਮਹਾਰਾਜ ਕਹਿੰਦੇ ਨੇ ਅਸੀਂ ਹੁਣ ਲਾਹੌਰ ਜਾਵਾਂਗੇ। ਲਾਹੌਰ ਨੂੰ ਇੱਥੇ ਲਵਪੁਰ ਆਖਿਆ। ਹਜ਼ੂਰ ਕਹਿੰਦੇ ਨੇ ਗੰਗਾ ਹੁਣ ਅਸੀਂ ਲਾਹੌਰ ਜਾਣ ਦਾ ਫੈਸਲਾ ਕਰ ਲਿਆ ਹੈ। ਹੋਤ ਪਰਾਤ ਨਿਸ਼ਚੇ ਹੋਏ ਜਾਣਾ। ਮਾਤਾ ਗੰਗਾ ਜੀ ਨੇ ਕਿਹਾ, ਮਹਾਰਾਜ ਕਦੋਂ ਜਾਣਾ ਲਾਹੌਰ ਤੇ ਕਿਹੜੇ ਕੰਮ ਜਾਣਾ ਹੈ ਲਾਹੌਰ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਅਸਾਂ ਕੱਲ ਨੂੰ ਦਿਨ ਚੜ੍ਹਨ ਤੋਂ ਬਾਅਦ ਲਾਹੌਰ ਵੱਲ ਨੂੰ ਚੱਲ ਪੈਣਾ। ਕਈ ਵਾਰੀ ਸਾਧ ਸੰਗਤ ਬੰਦਾ ਰਾਤ ਨੂੰ ਸਲਾਹ ਕਰਦਾ, ਵਿਚਾਰ ਕਰਦਾ ਵੀ ਮੈਂ ਫਲਾਣੇ ਥਾਂ ਜਾਣਾ, ਪਰ ਜਾਣ ਤੋਂ ਪਹਿਲਾਂ ਉਹਦੀ ਸਲਾਹ ਬਦਲ ਜਾਂਦੀ ਹੈ ਵੀ ਨਹੀਂ ਜਾਣਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਵੀ ਮਤਾ ਕਰੈ ਪੱਛਮ ਕੀ ਤਾਈ ਪੂਰਬ ਹੀ ਲੈ ਜਾ। ਬੰਦਾ ਰਾਤ ਨੂੰ ਸਲਾਹ ਕਰਦਾ ਵੀ ਸਵੇਰੇ ਮੈਂ ਪੱਛਮ ਵਾਲੇ ਪਾਸੇ ਜਾਣਾ, ਪਰ ਉਹ ਪੂਰਬ ਵਾਲੇ ਪਾਸੇ ਲੈ ਜਾਂਦਾ ਹੈ। ਕਈ ਵਾਰੀ ਸਲਾਹ ਕੀਤੀ ਹੁੰਦੀ ਹੈ ਵੀ ਸਵੇਰੇ ਫਲਾਣੇ ਥਾਂ ਜਾਣਾ, ਪਰ ਪਤਾ ਨਹੀਂ ਹੁੰਦਾ ਵੀ ਜਾਣਾ ਕਿ ਨਹੀਂ ਜਾਣਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਅਸੀਂ ਐਸ ਕੰਮ ਲਾਹੌਰ ਜਾਣਾ ਤੇ ਸਵੇਰੇ ਹਰ ਹਾਲਤ ਵਿੱਚ ਅਸੀਂ ਲਾਹੌਰ ਵਾਲੇ ਪਾਸੇ ਚੱਲ ਪੈਣਾ ਤੇ ਉੱਥੋਂ ਤੁਰ ਜਾਣਾ ਹੈ। ਤਬ ਸੁਤ ਸਕਲ ਕਾਜ ਕੋ ਸਿਆਨਾ। ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਨੇ, ਗੰਗਾ ਹੁਣ ਤੁਹਾਡਾ ਪੁੱਤਰ ਜਿਹੜਾ ਹਰਗੋਬਿੰਦ ਆ ਨਾ, ਇਹ ਹੁਣ ਸਿਆਣਾ ਹੋ ਗਿਆ ਹੈ, ਇਹ ਹੁਣ ਪੂਰਾ ਸਮਝਦਾਰ ਹੈ। ਧਰਮ ਧੀਰ ਤਰ ਧਰਨ ਸਮਾਨਾ। ਮਹਾਰਾਜ ਕਹਿੰਦੇ ਨੇ ਜਿਵੇਂ ਧਰਤੀ ਦਾ ਧੀਰਜ ਹੁੰਦਾ ਨਾ, ਇੱਥੇ ਚੰਗੇ ਵੀ ਨੇ, ਮੰਦੇ ਵੀ ਨੇ, ਧਰਤੀ ਤੇ ਪਾਪੀ ਵੀ ਨੇ, ਪੁੰਨੀ ਵੀ ਨੇ, ਸਾਧ ਵੀ ਨੇ, ਚੋਰ ਵੀ ਨੇ, ਗਰੀਬ ਅਮੀਰ,
ਪਾਪੀ ਪੁੰਨੀ, ਧਰਤੀ ਦਾ ਬੜਾ ਵੱਡਾ ਧੀਰਜ ਹੈ। ਇਹ ਸਾਰਿਆਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ, ਸਾਰੇ ਇਹਦੇ ਤੇ ਤੁਰੇ ਫਿਰਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਗੰਗਾ ਜਿਹੜਾ ਤੁਹਾਡਾ ਪੁੱਤਰ ਆ ਨਾ ਹਰਗੋਬਿੰਦ, ਹਰਗੋਬਿੰਦ ਦਾ ਧੀਰਜ ਧਰਤੀ ਵਰਗਾ ਹੈ, ਧਰਤੀ ਵਰਗਾ ਹੌਸਲਾ ਤੇਰੇ ਪੁੱਤਰ ਹਰਗੋਬਿੰਦ ਦੇ ਵਿੱਚ। ਹਾਂਜੀ, ਨਹੀਂ ਸਦੀਵ ਦੇ ਇਹ ਰਹਿ। ਮਹਾਰਾਜ ਕਹਿੰਦੇ ਨੇ ਗੰਗਾ ਇਹ ਜਿਹੜਾ ਸਰੀਰ ਆ ਨਾ, ਇਹ ਸਦਾ ਨਹੀਂ ਰਹਿੰਦਾ। ਸਾਧ ਸੰਗਤ ਇੱਕ ਸ਼ਬਦ ਆਉਂਦਾ ਮਹਾਰਾਜ ਦਾ, ਬੰਦਾ ਕਈ ਵਾਰੀ ਆਪਣੇ ਸਰੀਰ ਨੂੰ ਸਵਾਰਦਾ ਰਹਿੰਦਾ, ਸਾਰੀ ਜ਼ਿੰਦਗੀ ਇਹਨੂੰ ਹੀ ਪਾਲਣ ਪੋਸ਼ਣ ਵਿੱਚ ਲਾ ਛੱਡਦਾ। ਮਹਾਰਾਜ ਕਹਿੰਦੇ ਨੇ, ਰੇ ਨਰ ਕਾਹੇ ਪਪੋਰੋ ਦੇਹੀ, ਊੜ ਜਾਏਗੋ ਧੂਮ ਬਾਦਰੋ, ਇੱਕ ਭਾਜੋ ਰਾਮ ਸਨੇਹੀ। ਮਹਾਰਾਜ ਕਹਿੰਦੇ ਨੇ, ਕੀ ਹਰ ਵੇਲੇ ਇਹਨੂੰ ਸ਼ਿੰਗਾਰਦਾ ਸਵਾਰਦਾ ਰਹਿਣਾ? ਪੁੱਤਰਾ, ਤੈਨੂੰ ਨਹੀਂ ਪਤਾ ਵੀ ਜਿਹੜਾ ਧੂਏ ਦਾ ਬੱਦਲ ਹੁੰਦਾ, ਇੱਕ ਪਾਲੀ ਲੱਗਦਾ ਧੂਏ ਦੇ ਬੱਦਲ ਨੂੰ ਖਤਮ ਹੁੰਦਿਆਂ। ਸਾਰੀ ਜ਼ਿੰਦਗੀ ਇਸ ਸਰੀਰ ਦੇ ਦੁਆਲੇ ਨਹੀਂ ਕੱਢਣੀ ਚਾਹੀਦੀ ਵੀ ਇਹਨੂੰ ਸਵਾਰਦੇ ਤੇ ਸ਼ਿੰਗਾਰਦੇ ਰਹੇ। ਮਹਾਰਾਜ ਕਹਿੰਦੇ ਨੇ, ਗੰਗਾ ਇਹ ਜਿਹੜਾ ਸਰੀਰ ਆ ਨਾ, ਇਹ ਸਦਾ ਵਾਸਤੇ ਕਿਸੇ ਦਾ ਵੀ ਅਜੇ ਤੱਕ ਨਹੀਂ ਰਿਹਾ। ਜਾਂ ਤੇ ਸਮਤ ਸਨੇਹ ਨਾ ਗਹਿ। ਮਹਾਰਾਜ ਕਹਿੰਦੇ ਨੇ, ਗੰਗਾ ਜਿਹੜੇ ਸਿਆਣੇ ਲੋਕ ਆ ਨਾ, ਜਿਨ੍ਹਾਂ ਨੂੰ ਕੋ ਰੱਬ ਦਾ ਗਿਆਨ ਆ, ਉਹ ਇਸ ਸਰੀਰ ਨਾਲ ਬਹੁਤਾ ਪ੍ਰੇਮ ਨਹੀਂ ਕਰਦੇ, ਇਸ ਸਰੀਰ ਨਾਲ ਜ਼ਿਆਦਾ ਮੋਹ ਨਹੀਂ ਕਰਦੇ। ਜੋ ਉਪਜੈ ਸੋ ਬਿਨ ਸੰਹਾਰ। ਹਜ਼ੂਰ ਕਹਿੰਦੇ ਨੇ, ਜੋ ਵੀ ਸੰਸਾਰ ਵਿੱਚ ਪੈਦਾ ਹੋ ਗਿਆ ਨਾ, ਉਹਨੇ ਬਿਨਸਣਾ ਜ਼ਰੂਰ ਹੈ, ਉਹਨੇ ਇੱਕ ਦਿਨ ਜਾਣਾ ਜ਼ਰੂਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਲੋਕ ਪੜ੍ਹ ਕੇ ਦੇਖੋ। ਮਹਾਰਾਜ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਕਿਤੇ ਹਜ਼ੂਰ ਕਹਿੰਦੇ ਨੇ, ਜਗ ਰਚਨਾ ਸਭ ਝੂਠ ਹੈ, ਜਾਣ ਰਿਓ ਰੇ ਮੀਤ। ਕਿਤੇ ਹਜ਼ੂਰ ਕਹਿੰਦੇ ਨੇ, ਸ਼ੇਖ ਹਜਾਤੀ ਜਾਗਣਾ ਕੋਈ ਥਿਰ ਰਹਿਆ। ਕਿਤੇ ਮਹਾਰਾਜ ਕਹਿੰਦੇ ਨੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਕੋਈ ਇੱਥੇ ਸਦਾ ਵਾਸਤੇ ਨਹੀਂ ਰਹਿੰਦਾ, ਕੁਦਰਤ ਦਾ ਇੱਕ ਨਿਯਮ ਹੈ, ਜੋ ਵੀ ਪੈਦਾ ਹੋਏਗਾ ਉਹ ਬਿਨਸਨਹਾਰ ਜ਼ਰੂਰ ਹੈ, ਇੱਕ ਦਿਨ ਅੰਤ ਉਹਦਾ ਜ਼ਰੂਰ ਹੋਵੇਗਾ। ਜੋ ਉੱਚੋ ਸੋ ਗਿਰਨਿਹਾਰ। ਮਹਾਰਾਜ ਕਹਿੰਦੇ ਨੇ, ਜਿਹੜੇ ਉੱਚੇ ਹੁੰਦੇ ਨੇ ਉਹ ਵੀ ਇੱਕ ਦਿਨ ਡਿੱਗ ਪੈਂਦੇ ਨੇ। ਸਾਧ ਸੰਗਤ, ਮੈਨੂੰ ਮਾਫ ਕਰਨਾ, ਕਿਤੇ 65 ਮੰਜ਼ਲਾ ਬਿਲਡਿੰਗ ਹੈ, ਕਿਤੇ 100 ਮੰਜ਼ਲਾ ਬਿਲਡਿੰਗ ਹੈ, ਕਿਤੇ 135 ਮੰਜ਼ਲਾ ਬਿਲਡਿੰਗ ਹੈ, 50 ਮੰਜ਼ਲਾ, 80 ਮੰਜ਼ਲਾ, 90 ਮੰਜ਼ਲਾ ਤੇ ਸਾਡੇ ਦੇਸ਼ ਵਿੱਚ ਵੀ ਬਹੁਤ ਨੇ। ਤੇ ਮੈਨੂੰ ਮਾਫ ਕਰਨਾ, ਤੁਹਾਡਾ ਕੀ ਖਿਆਲ ਹੈ ਵੀ ਜਿਹੜੀ 100 ਮੰਜ਼ਲਾ ਬਿਲਡਿੰਗ ਹੈ, 150 ਮੰਜ਼ਿਲ ਬਿਲਡਿੰਗ ਹੈ, ਇਹ ਕਿਤੇ ਸਦਾ ਵਾਸਤੇ ਬਿਲਡਿੰਗ ਰਹਿਣੀ ਹੈ? ਵਾਹਿਗੁਰੂ ਕਿਰਪਾ ਕਰੇ, ਕਦੇ ਨਾ ਕਦੇ ਤੇ ਕੋਈ ਬੁਨਿਆਦ ਹੋਏਗੀ ਨਾ ਇਹਦੀ, ਕਦੇ ਨਾ ਕਦੇ ਤੇ ਇਹਦੀ ਬੁਨਿਆਦ ਇਹਦੀ ਮੁੱਕ ਜਾਣੀ ਹੈ। ਇਸ ਕਰਕੇ ਬਾਬਾ ਕਬੀਰ ਜੀ ਤੇ ਕਹਿੰਦੇ ਨੇ, ਬਹੁਤਾ ਉੱਚਾ ਤੇ ਵੱਡਾ ਮਹੱਲ ਵੇਖ ਕੇ ਮਾਣ ਨਹੀਂ ਕਰਨਾ ਚਾਹੀਦਾ। ਮੇਰਾ ਮਹੱਲ 3 ਮੰਜ਼ਲਾ, ਮੇਰਾ ਮਹੱਲ 4 ਮੰਜ਼ਲਾ। ਬਾਬਾ ਕਬੀਰ ਜੀ ਕਹਿੰਦੇ, ਮੈਂ ਬੜੇ ਬੜੇ ਵੱਡੇ ਮਹੱਲਾਂ ਦੇ ਜਿਹੜੇ ਮਾਲਕ ਸੀ, ਉਹਨਾਂ ਦੇ ਉੱਤੇ ਘਾਹ ਉੱਗਿਆ ਵੇਖਿਆ, ਘਾਹ ਉੱਗਿਆ। ਕਬੀਰ ਗਰਬਨ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਬਾਬਾ ਕਬੀਰ ਜੀ ਕਹਿੰਦੇ, ਮੈਂ ਘਾਹ ਉੱਗਿਆ ਵੇਖਿਆ ਵੱਡੇ ਵੱਡੇ ਮਹੱਲਾਂ ਦੇ ਜਿਹੜੇ ਮਾਲਕ ਸੀ ਉਹਨਾਂ ਦੇ ਉੱਤੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਹੜੇ ਬੜੇ ਬੜੇ ਉੱਚੇ ਹੁੰਦੇ ਨੇ ਉਹ ਵੀ ਇੱਕ ਦਿਨ ਗਿਰ ਜਾਂਦੇ ਨੇ। ਇਹੀ ਸਨਾਤਨ ਦੇਹਨ ਧਰਮ। ਇਹੀ ਸਰੀਰਾਂ ਦਾ ਧਰਮ ਹੈ, ਕਦੇ ਸਦਾ ਵਾਸਤੇ ਸਥਿਰ ਨਹੀਂ ਰਹਿੰਦੇ। ਇਸ ਮੈਂ ਪ੍ਰੇਮ ਮਹਾ ਔਰ ਭਰਮ। ਇਸ ਸਰੀਰ ਨਾਲ ਜਿੰਨੇ ਪਤਾ ਵੀ ਨਹੀਂ ਰਹਿਣਾ, ਇਹਦੇ ਨਾਲ ਪ੍ਰੇਮ ਕਰਨਾ, ਇਹਨੂੰ ਸਦੀਵੀ ਸਮਝ ਲੈਣਾ, ਹਜ਼ੂਰ ਕਹਿੰਦੇ ਨੇ ਬੜਾ ਵੱਡਾ ਭਰਮ ਹੈ। ਸਾਸ ਨੂੰ ਭਰਮ ਪਤਾ ਕਿਹਨੂੰ ਕਹਿੰਦੇ ਨੇ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਵੇਖੀਏ, ਮਹਾਰਾਜ ਭਰਮ ਕਿਹਨੂੰ ਕਹਿੰਦੇ ਨੇ? ਭਗਤ ਰਵਿਦਾਸ ਜੀ ਕਹਿੰਦੇ ਨੇ, ਭਾਈ ਕਾਹਨ ਸੇ ਨਾਭਾ ਜੀ ਪਰਿਭਾਸ਼ਾ ਲਿਖਦੇ ਨੇ ਭਰਮ ਦੀ, ਅਸਲੀਅਤ ਤੋਂ ਉਲਟ ਸਮਝ ਲੈਣ ਦਾ ਨਾਮ ਭਰਮ ਹੈ।
ਤੇ ਭਗਤ ਰਵਿਦਾਸ ਕਹਿੰਦੇ ਨੇ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਿਸੇ ਚੀਜ਼ ਨੂੰ ਸਮਝ ਹੋਰ ਲੈਣਾ ਤੇ ਅਸਲੀਅਤ ਉਹਦੀ ਹੋਰ ਹੋਣੀ, ਭੁਲੇਖੇ 'ਚ ਹੋਰ ਹੀ ਕੁਝ ਸਮਝ ਲੈਣਾ, ਉਹਨੂੰ ਕਹਿੰਦੇ ਨੇ ਇਹ ਭਰਮ 'ਚ ਹੈ ਬੰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਪੁੱਤਰਾ ਤੈਨੂੰ ਭਰਮ ਹੈ ਵੀ ਤੂੰ ਸਦਾ ਵਾਸਤੇ ਇੱਥੇ ਰਹਿਣਾ, ਤੇਰਾ ਸਰੀਰ ਸਦਾ ਰਹਿਣਾ। ਮਹਾਰਾਜ ਕਹਿੰਦੇ ਨੇ, ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਦੇ, ਅੰਤ ਬਾਰ ਸੰਗ ਤੇਰੇ ਇਹ ਏਕ ਜਾਤ ਹੈ। ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੈ। ਇਹ ਭਰਮ ਕੱਢ ਦੇ ਵੀ ਤੂੰ ਸਦਾ ਇੱਥੇ ਰਹਿਣਾ, ਸਰੀਰ ਤੇਰਾ ਸਦਾ ਰਹਿਣਾ। ਭਲਿਆ ਲੋਕਾ ਰੱਬ ਦਾ ਨਾਮ ਨਾਲ ਜਾਂਦਾ ਹੈ, ਉਹਨੂੰ ਜਪਿਆ ਕਰ। ਮਹਾਰਾਜ ਕਹਿੰਦੇ ਨੇ, ਗੰਗਾ ਇਹ ਬੜਾ ਵੱਡਾ ਭਰਮ ਹੁੰਦਾ ਜਿਹੜਾ ਬੰਦਾ ਸਰੀਰ ਨਾਲ ਹੀ ਹਰ ਵੇਲੇ ਪ੍ਰੇਮ ਪਾਈ ਰੱਖਦਾ ਹੈ। ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵੈ। ਇਹਦਾ ਨਤੀਜਾ ਇਹ ਨਿਕਲਦਾ ਸਰੀਰ ਦਾ, ਦਿਨੋਂ ਦਿਨ ਇਹ ਘਟਦਾ ਜਾਂਦਾ ਹੈ। ਪ੍ਰਥਮ ਸਮਾਨ ਸਥਿਰ ਨਾ ਰਹਾਵੈ। ਜਿਵੇਂ ਬੱਚਾ ਜਨਮ ਲੈਂਦਾ ਹੈ ਸਦਾ ਉਸ ਤਰ੍ਹਾਂ ਦਾ ਨਹੀਂ ਰਹਿੰਦਾ। ਬਚਪਨ ਤੋਂ ਬਾਅਦ ਜਵਾਨੀ ਹੈ, ਜਵਾਨੀ ਤੋਂ ਬਾਅਦ ਬੁਢੇਪਾ ਹੈ, ਬੁਢੇਪੇ ਤੋਂ ਬਾਅਦ ਮੌਤ ਹੈ। ਜਿਵੇਂ ਬੱਚਾ ਪਹਿਲੇ ਦਿਨ ਹੁੰਦਾ ਉਸ ਤਰ੍ਹਾਂ ਨਹੀਂ ਰਹਿੰਦਾ। ਹਜ਼ੂਰ ਕਹਿੰਦੇ ਨੇ, ਗੰਗਾ ਇਹ ਸਰੀਰ ਦਾ ਧਰਮ ਹੈ ਵੀ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਬਾਲਕ ਤੇ ਹੋਵੈ ਸੋ ਕੁਮਾਰ। ਪਹਿਲਾਂ ਇਹ ਬਾਲਕ ਹੁੰਦਾ, ਫਿਰ ਇਹ ਨੌਜਵਾਨ ਹੋ ਜਾਂਦਾ ਹੈ। ਹਾਂਜੀ, ਤਰੁਨ ਹੋਤ ਪੁਨ ਬ੍ਰਿਧਤਾ ਧਾਰ। ਫਿਰ ਇਹ ਬਚਪਨ ਤੋਂ ਬਾਅਦ ਜਵਾਨ ਹੋ ਜਾਂਦਾ ਹੈ, ਜਵਾਨ ਤੋਂ ਬਾਅਦ ਫਿਰ ਬੁਢੇਪੇ ਵਿੱਚ ਤੁਰ ਜਾਂਦਾ ਹੈ। ਜਰਾ ਗ੍ਰਸੇ ਤਬ ਜੀਰਨ ਹੋਏ। ਜਦੋਂ ਫਿਰ ਇਹਨੂੰ ਬੁਢੇਪਾ ਆਣ ਕੇ ਗਰਸ ਲੈਂਦਾ ਹੈ, ਜਿਵੇਂ ਫਿਰ ਕੱਪੜਾ ਪੁਰਾਣਾ ਹੋ ਜਾਂਦਾ ਨਾ, ਬੰਦੇ ਦਾ ਸਰੀਰ ਇਸ ਤਰ੍ਹਾਂ ਫਿਰ ਕੱਪੜੇ ਵਾਂਗ ਪੁਰਾਣਾ ਹੋ ਜਾਂਦਾ ਹੈ। ਬਹੁਰੋ ਅੰਤ ਸਮੇਂ ਮਹਿ ਸੋਏ। ਅੰਤ ਵੇਲੇ ਫਿਰ ਇਹ ਸਰੀਰ ਇੱਕ ਦਿਨ ਸੌ ਜਾਂਦਾ ਹੈ, ਭਾਵ ਕਿ ਇਹ ਮਰ ਜਾਂਦਾ ਹੈ। ਰਹੋ ਪੀਛੇ ਕੁਝ ਸ਼ੋਕ ਨ ਮਾਨੋ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਗੰਗਾ ਅਸੀਂ ਤੇ ਲਾਹੌਰ ਤੁਰ ਜਾਣਾ। ਸ਼ਹਾਦਤ ਬਾਰੇ ਦੱਸ ਦਿੱਤਾ ਮਹਾਰਾਜ ਨੇ ਸੰਗਤ ਨੂੰ ਵੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ। ਤੇ ਹੁਣ ਮਹਾਰਾਜ ਗੰਗਾ ਨੂੰ ਸ਼ਹਾਦਤ ਬਾਰੇ ਦੱਸ ਕੇ ਕਹਿੰਦੇ ਨੇ ਵੀ, ਗੰਗਾ ਅਸੀਂ ਚਲੇ ਜਾਣਾ, ਤੁਸੀਂ ਸਾਡੇ ਪਿੱਛੋਂ ਇੱਥੇ ਹੀ ਰਹਿਣਾ। ਦੇਹ ਆਪ ਤੇ ਤਜਨ ਨ ਠਾਨੋ। ਜਦੋਂ ਸਾਡੀ ਸ਼ਹਾਦਤ ਦੀ ਖਬਰ ਮਿਲੇ, ਸਾਧ ਸੰਗਤ ਮੈਨੂੰ ਮਾਫ ਕਰਨਾ ਜੋ ਮੈਂ ਗੁਰੂ ਦੀ ਕਿਰਪਾ ਨਾਲ ਕਹਿਣ ਲੱਗਾ ਨਾ ਤੁਹਾਨੂੰ, ਮੇਰੇ ਵਾਸਤੇ ਕਹਿਣਾ ਸੌਖਾ, ਸੁਣਨਾ ਵੀ ਸੌਖਾ। ਮਾਤਾ ਗੰਗਾ ਜੀ ਦੇ ਜਿੱਥੇ ਗੁਰੂ ਹਨ ਗੁਰੂ ਅਰਜਨ ਸਾਹਿਬ, ਉੱਥੇ ਪਤੀ ਵੀ ਹਨ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੀ ਜਦੋਂ ਸਾਡੀ ਸ਼ਹਾਦਤ ਦੀ ਖਬਰ ਪਹੁੰਚੇ ਤੇ ਕਈ ਵਾਰੀ ਬੰਦਾ ਵਿਛੋੜਾ ਨਾ ਸਹਾਰਦਾ ਹੋਇਆ ਇੱਕ ਜੀਵਨ ਸਾਥੀ ਦੁਨੀਆ ਤੇ ਰਹਿ ਜਾਏ, ਇੱਕ ਚੱਲ ਵਸੇ, ਦੂਜਾ ਜੀਵਨ ਸਾਥੀ ਮਨ ਬਣਾ ਲੈਂਦਾ ਵੀ ਮੈਂ ਵੀ ਜੀਵ ਕੇ ਕੀ ਕਰਨਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਗੰਗਾ ਮੇਰੇ ਸ਼ਹੀਦ ਹੋਣ ਤੋਂ ਬਾਅਦ ਵਿੱਚ ਇਹ ਸਰੀਰ ਨੂੰ ਮੈਂ ਤਿਆਗ ਦਿਆਂ, ਇਹ ਤੇਰੇ ਮਨ ਵਿੱਚ ਹੀ ਗੱਲ ਨਹੀਂ ਆਉਣੀ ਚਾਹੀਦੀ। ਸਾਧ ਸੰਗਤ ਮਹਾਰਾਜ ਦੀ ਬਾਣੀ ਪੜ੍ਹ ਕੇ ਦੇਖੋ, ਪਤੀ ਚੜ੍ਹਾਈ ਕਰ ਜੇ ਵਾਹਿਗੁਰੂ ਕਿਰਪਾ ਕਰੇ, ਇਸਤਰੀ ਦੀ ਬਹਾਦਰੀ ਕਿਸ ਗੱਲ ਵਿੱਚ ਹੈ, ਉਹਦੀ ਮਰਦਗਿਰੀ ਤੇ ਜਵਾਨਗਿਰੀ ਕਿਸ ਗੱਲ ਵਿੱਚ ਹੈ। ਤੁਰ ਜਾਣ ਵਾਲਾ ਤੇ ਤੁਰ ਗਿਆ, ਪਿੱਛੋਂ ਵੱਡਾ ਹੌਸਲਾ ਰੱਖ ਕੇ ਉਹਦੀ ਅਰਜ਼ਾ ਵਿੱਚ ਰਾਜੀ ਰਹਿ ਕੇ ਬੱਚਿਆਂ ਨੂੰ ਪਾਲਣਾ, ਆਪਣੇ ਫਰਜ਼ ਨਿਭਾਉਣੇ। ਮੈਂ ਉਹ ਕਈ ਮਾਵਾਂ ਵੇਖੀਆਂ ਜਿਹੜੇ ਸਾਰੀ ਜ਼ਿੰਦਗੀ ਭਾਂਡੇ ਮਾਂਜ ਕੇ ਆਪਣੇ ਬੱਚੇ ਨੂੰ ਪਾਲਿਆ, ਪਰ ਉਹਦੀ ਰਜ਼ਾ ਵਿੱਚ ਰਾਜੀ ਰਹੀਆਂ। ਲੋਕਾਂ ਦੇ ਘਰਾਂ 'ਚ ਝਾੜੂ ਪੋਚਾ ਤੇ ਭਾਂਡੇ ਮਾਂਜ ਕੇ ਪੁੱਤ ਨੂੰ ਵੱਡਾ ਕੀਤਾ, ਪਰ ਅਖੀਰ ਤੇ ਨਕੰਮਾ ਉਹ ਵੀ ਮਾਂ ਦਾ ਨਹੀਂ ਬਣਿਆ। ਦੁੱਖ ਉਦੋਂ ਹੁੰਦਾ ਮਾਂ ਨੂੰ, ਮਾਂ ਭਾਂਡੇ ਮਾਂਜ ਕੇ ਬੱਚੇ ਨੂੰ ਪਾਲੇ, ਕਿਰਤ ਮਜ਼ਦੂਰੀ ਕਰਕੇ ਪਾਲੇ, ਮਾਂ ਨੂੰ ਦੁੱਖ ਨਹੀਂ ਹੁੰਦਾ। ਦੁੱਖ ਉਦੋਂ ਹੁੰਦਾ ਜਦੋਂ ਉਹ ਵੀ ਨਕੰਮਾ ਮਾਂ ਦਾ ਨਹੀਂ ਨਾ ਰਹਿੰਦਾ, ਫਿਰ ਮਾਂ ਦਾ ਕਲੇਜਾ ਪਾੜਦਾ। ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਾਰਿਆਂ ਨੂੰ ਸਮਝਾਉਣ ਲਈ ਮਾਤਾ ਗੰਗਾ ਜੀ ਦੇ ਰਾਹੀਂ ਉਪਦੇਸ਼ ਕਰਦੇ ਨੇ। ਗੰਗਾ ਜਦੋਂ ਸ਼ਹਾਦਤ ਦੀ ਖਬਰ ਮਿਲੇ
ਮਨ ਵਿੱਚ ਵੀ ਨਹੀਂ ਸੋਚਣਾ ਵੀ ਮੈਂ ਵੀ ਆਪਣਾ ਸਰੀਰ ਛੱਡ ਦਿਆਂ। ਪੁੱਤਰ ਸੁਪੌਤਰਨ ਕੋ ਸੁਖ ਦੇਖ। ਮਹਾਰਾਜ ਕਹਿੰਦੇ ਨੇ ਅਸੀਂ ਤਾਂ ਸ਼ਹੀਦ ਹੋ ਜਾਣਾ, ਪਰ ਤੁਸੀਂ ਸਾਡੇ ਪਿੱਛੋਂ ਗੰਗਾ ਆਪਣੇ ਪੁੱਤਰ ਦਾ ਤੇ ਆਪਣੇ ਪੋਤਰਿਆਂ ਦੇ ਸੁਖ ਵੇਖਣੇ। ਸ਼ਾਦੀ ਕਰੋ ਆਨੰਦ ਵਿਸ਼ੇਖ। ਸਾਡੇ ਤੋਂ ਬਾਅਦ ਵਿੱਚ ਆਪਣੇ ਪੁੱਤਰ ਦੀ ਪੋਤਰਿਆਂ ਦੀਆਂ ਸ਼ਾਦੀਆਂ ਕਰਨੀਆਂ, ਵਿਆਹ ਕਰਨੇ ਤੇ ਪੂਰੀ ਖੁਸ਼ੀ ਨਾਲ ਵਿਆਹ ਕਰਨੇ ਨੇ। ਭਾਵ ਕਿ ਰੋਂਦਿਆਂ ਕਰਲਾਉਂਦਿਆਂ ਨਹੀਂ, ਉਹਦੇ ਭਾਣੇ 'ਚ ਰਹਿ ਗਏ। ਪੁੱਤਰ ਹਰਗੋਬਿੰਦ ਦੇ ਪੋਤਰਿਆਂ ਦੇ ਤੁਸੀਂ ਵਿਆਹ ਸ਼ਾਦੀਆਂ ਬੜੇ ਆਨੰਦ ਵਿੱਚ ਵਿਆਹ ਸ਼ਾਦੀਆਂ ਕਰਨੇ ਤੇ ਵੇਖਣੇ। ਅੰਤ ਸਮਾਂ ਹੋਏ ਪ੍ਰਾਪਤ ਜਬੈ। ਫਿਰ ਮਹਾਰਾਜ ਕਹਿੰਦੇ ਨੇ ਗੰਗਾ ਜਦੋਂ ਅੰਤ ਸਮਾਂ ਆਏਗਾ ਨਾ ਤੇਰਾ, ਹਮ ਸੋ ਮਿਲੇ ਆਨ ਤੂੰ ਤਬੈ। ਮੈਂ ਤੇਰੇ ਨਾਲ ਵਾਅਦਾ ਕਰਦਾ ਵੀ ਤੂੰ ਮੈਨੂੰ ਆਣ ਕੇ ਜ਼ਰੂਰ ਮਿਲੇਂਗੀ। ਉਹਦੀ ਰਜ਼ਾ ਵਿੱਚ ਰਾਜੀ ਰਹਿਣਾ। ਮਹਾਰਾਜ ਕਹਿੰਦੇ ਨੇ ਜਦੋਂ ਪੁੱਤਰ ਪੋਤਰਿਆਂ ਦੇ ਵਿਆਹ ਵੇਖਿਓ, ਖੁਸ਼ੀਆਂ ਮਾਣਿਓ, ਇਹਨਾਂ ਦੇ ਸੁੱਖ ਵੇਖੀ, ਪਰ ਗੰਗਾ ਜਦੋਂ ਤੇਰਾ ਅੰਤ ਸਮਾਂ ਆਏਗਾ ਨਾ ਤੂੰ ਮੈਨੂੰ ਆਣ ਕੇ ਜ਼ਰੂਰ ਮਿਲੇਂਗੀ। ਗੰਗਾ ਸੁਣੀ ਅਚਾਨਕ ਬਾਤੀ। ਗੰਗਾ ਜੀ ਨੇ ਜਦੋਂ ਇਹ ਅਚਾਨਕ ਹੀ ਇਹ ਗੱਲਬਾਤ ਸੁਣੀ, ਕਮਲ ਬਿਲੋਚਨ ਅਸ਼ਰ ਪ੍ਰਾਪਤੀ। ਮਾਤਾ ਗੰਗਾ ਜੀ ਦੇ ਨੇਤਰਾਂ ਵਿੱਚੋਂ ਅਥਰੂ ਵਗਣ ਲੱਗ ਪਏ। ਸਾਧ ਸੰਗਤ ਮੈਂ ਤੇ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਕਹਿਣਾ ਹੀ ਸੌਖਾ ਹੁੰਦਾ, ਇਹ ਸੁਣਨਾ ਹੀ ਸੌਖਾ ਹੁੰਦਾ ਸਾਡੇ ਵਾਸਤੇ। ਅਸੀਂ ਸਾਰੇ ਇੱਕੋ ਪਰਿਵਾਰ ਦੇ ਬੈਠੇ ਹਾਂ। ਪਰ ਬਾਬਾ ਨਾਨਕ ਜੀ ਕਹਿੰਦੇ ਨੇ ਵਲੇਵੇ ਕਾਰਨ ਬਾਬਾ ਰੋਈਏ ਰੋਵਣ ਸਗਲ ਵਿਕਾਰੋ। ਮੈਨੂੰ ਰੋਟੀ ਕਿੱਥੋਂ ਮਿਲੇਗੀ, ਮੇਰਾ ਗੁਜ਼ਾਰਾ ਕਿਵੇਂ ਹੋਵੇਗਾ, ਐਸ ਕਰਕੇ ਜਿਹੜਾ ਰੋਂਦਾ ਉਹ ਰੋਣ ਦੀ ਮਨਾਹੀ ਹੈ। ਪਰ ਬਾਬਾ ਨਾਨਕ ਜੀ ਕਹਿੰਦੇ ਨੇ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰ। ਜੋ ਤੁਰ ਜਾਣ ਵਾਲੇ ਦੇ ਪਿਆਰ ਵਿੱਚ ਹੀ ਅਥਰੂ ਡਿੱਗ ਪੈਣ, ਸੁਭਾਵਿਕ ਹੀ ਡਿੱਗ ਪੈਣ ਉਹਦੇ ਪਿਆਰ ਵਿੱਚ, ਤੇ ਇਹ ਰੱਬ ਨੂੰ ਵੀ ਪ੍ਰਵਾਨ ਨੇ। ਮਹਾਰਾਜ ਕਹਿੰਦੇ ਨੇ ਗੰਗਾ ਜਦੋਂ ਤੇਰਾ ਅੰਤ ਸਮਾਂ ਆਏਗਾ ਤੂੰ ਸਾਨੂੰ ਜ਼ਰੂਰ ਮਿਲੇਂਗੀ। ਏਕਿਮ ਕਹੀ ਆਪਨੇ ਬਾਣੀ। ਇਹ ਜਦੋਂ ਅਚਾਨਕ ਹੀ ਗੱਲਬਾਤ ਹੋਈ, ਮਾਤਾ ਗੰਗਾ ਜੀ ਨੇ ਸੁਣੀ, ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਾਤਾ ਗੰਗਾ ਜੀ ਕਹਿੰਦੇ ਨੇ ਇਹ ਮਹਾਰਾਜ ਜੀ ਕੀ ਬਚਨ ਕਰ ਦਿੱਤਾ ਤੁਸੀਂ? ਮਹਾਰਾਜ ਜੀ ਕੀ ਗੱਲ ਮੈਂ ਸੁਣ ਰਹੀ ਹਾਂ, ਮਹਾਰਾਜ ਜੀ ਕੀ ਬਚਨ ਕਰਦੇ ਹੋ? ਤੀਖਨ ਤਪਤ ਨਰਾਜ ਸਮਾਨੀ। ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਜਿਹੜੇ ਤੁਸੀਂ ਬਚਨ ਕੀਤੇ ਆ ਨਾ, ਜਿਵੇਂ ਤੀਰ ਨਹੀਂ ਹੁੰਦਾ ਤਿੱਖਾ ਤੀਰ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਕਾਣੀ ਦੇ ਥਾਂ ਤੇ ਲੋਹੇ ਦੀ ਉਹਨੂੰ ਪਿੱਛੇ ਡੰਡੀ ਹੁੰਦੀ ਹੈ, ਬੜਾ ਤਿੱਖਾ ਤੀਰ ਹੁੰਦਾ ਹੈ। ਮਾਤਾ ਜੀ ਕਹਿੰਦੇ ਨੇ ਤੁਹਾਡੇ ਜਿਹੜੇ ਬਚਨ ਹਨ ਨਾ ਵੀ ਮੈਂ ਸ਼ਹੀਦ ਹੋ ਜਾਣਾ, ਤੁਸੀਂ ਸੁਖ ਮਾਣਿਓ, ਮਹਾਰਾਜ ਇਹ ਤੀਰ ਵਾਂਗ ਮੇਰੇ ਕਲੇਜਨ ਵਿੰਨ ਗਏ ਹਨ। ਸ਼ਰੋਤਦਰ ਪ੍ਰਵੇਸ਼ ਹਿਰਦਾ ਮਮ ਬੇਦਾ। ਮਾਤਾ ਜੀ ਕਹਿੰਦੇ ਨੇ ਕੰਨਾਂ ਦੇ ਦੁਆਰਿਆਂ ਨਹੀਂ ਤੀਰ ਅੰਦਰ ਵੱਜ ਗਏ ਤੇ ਮੇਰੇ ਕਲੇਜੇ ਨੂੰ ਇਹਨਾਂ ਨੇ ਛਣਨੀ ਛਣਨੀ ਪਾਵ ਕੇ ਵਿੰਨ ਦਿੱਤਾ ਹੈ। ਕਸ ਉਪਦੇਸ਼ਤ ਹੋ ਅਸਮੇਦਾ। ਮਹਾਰਾਜ ਮੈਨੂੰ ਕਿਸ ਤਰ੍ਹਾਂ ਦਾ ਉਪਦੇਸ਼ ਕਰ ਰਹੇ ਹੋ? ਧੀਰਜ ਧਰਨ ਬਖਾਨਤ ਆਪੂ। ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਤੁਸੀਂ ਕੀ ਕਿਹਾ ਪਈ, ਮੇਰੇ ਤੋਂ ਬਾਅਦ ਧੀਰਜ ਰੱਖਿਓ, ਹੌਸਲਾ ਰੱਖਿਓ। ਮਹਾਰਾਜ ਇਹ ਕਹਿੰਦੇ ਵੀ ਧੀਰਜ ਰੱਖਿਓ। ਜਿਸ ਤੇ ਇਸ ਜੁਤ ਆਨੰਦ ਖਾਪੂ। ਬੜੇ ਧਿਆਨ ਨਾਲ ਸੁਣਨਾ, ਮਾਤਾ ਜੀ ਕਹਿੰਦੇ ਨੇ ਮਹਾਰਾਜ ਮੈਂ ਸੱਚ ਕਹਿਨੀ ਆ, ਜਦੋਂ ਮੈਨੂੰ ਖਬਰ ਪਹੁੰਚੇ ਵੀ ਤੁਸੀਂ ਸ਼ਹੀਦ ਹੋ ਗਏ ਹੋ, ਮੇਰਾ ਧੀਰਜ ਬਾਅਦ ਵਿੱਚ ਕਾਇਮ ਰਹੇ। ਮੈਂ ਸੱਚ ਬੋਲਦੀ ਆ, ਉਦੋਂ ਕਾਇਮ ਕੀ ਰਹਿਣਾ, ਮੇਰਾ ਤੇ ਆਨੰਦ ਹੋਣੇ ਜ਼ਿੰਦਗੀ ਦਾ ਖਤਮ ਹੋ ਗਿਆ। ਸਭ ਸੰਗਤ ਕੇ ਸਹਿਤ ਕੁਟੰਬੂ। ਮਾਤਾ ਜੀ ਕਹਿੰਦੇ ਨੇ ਮਹਾਰਾਜ ਭਾਵੇਂ ਸੰਗਤ ਹੈ ਭਾਵੇਂ ਮੈਂ ਹਾਂ, ਸਾਡਾ ਸਾਰਾ ਕੁਟੰਬ ਹੈ। ਕਰਨ ਸ਼ਰੇ ਕੇ ਆਪ ਅਲੰਬੂ। ਅਸੀਂ ਤੇ ਸਾਰੇ ਤੁਹਾਡੇ ਆਸਰੇ ਤੇ ਆ, ਸਾਨੂੰ ਤੇ ਹੋਰ ਆਸਰਾ ਹੀ ਕੋਈ ਨਹੀਂ ਹੈ। ਸ਼੍ਰੀ ਹਰਿ ਗੋਬਿੰਦ ਬਾਲਕ ਬੈਸਾ। ਮਾਤਾ ਗੰਗਾ ਜੀ ਕਹਿੰਦੇ ਨੇ ਮਹਾਰਾਜ ਤੁਸੀਂ ਹੋਰ ਗੱਲਾਂ ਕਰਦੇ ਹੋ, ਪਰ ਹਰਗੋਬਿੰਦ ਮਹਾਰਾਜ ਦੀ ਵੀ, ਮੇਰੇ ਪੁੱਤਰ ਹਰਗੋਬਿੰਦ ਦੀ ਉਮਰ ਵੀ ਅਜੇ ਬੜੀ ਛੋਟੀ ਹੈ। ਆਪ ਜਨਾਬਤ ਕਾਰਜ ਕੈਸਾ। ਤੁਸੀਂ ਆਪ ਹੀ ਜਾਣਦੇ ਹੋ ਵੀ ਕਿਵੇਂ ਸਾਰੇ ਕਾਰਜ ਨਿਭਾਏਗਾ, ਉਹਦੀ ਤਾਂ ਉਮਰ ਹੀ ਅਜੇ ਬਾਲਕਾਂ ਵਾਲੀ ਹੈ। ਸਾਧ ਸੰਗਤ ਯਾਦ ਰੱਖੀਏ 11 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਦੋਂ ਪਿਤਾ ਜੀ ਨੇ ਗੁਰਤਾ ਗੱਦੀ ਦਿੱਤੀ ਤੇ ਲਾਹੌਰ ਸ਼ਹੀਦ ਹੋਣ ਵਾਸਤੇ ਗਏ।
ਮਾਤਾ ਜੀ ਕਹਿੰਦੇ ਨੇ ਅਜੇ ਤੇ ਉਮਰ ਵੀ ਇਹਦੀ ਬਾਲਕਾਂ ਵਾਲੀ ਹੈ, ਕਿਵੇਂ ਸਾਰੇ ਕਾਰਜ ਨਿਭਾਏਗਾ। ਸ਼ਤਰੂ ਗਨ ਸਭ ਰਚਤ ਉਪਾਇਆ। ਮਾਤਾ ਜੀ ਕਹਿੰਦੇ ਨੇ ਭਈ ਮਹਾਰਾਜ, ਬੜੇ ਧਿਆਨ ਨਾਲ ਸੁਣਨਾ, ਮਾਤਾ ਜੀ ਕਹਿੰਦੇ ਨੇ ਮਹਾਰਾਜ ਦੁਸ਼ਮਣਾਂ ਨੇ ਕਿੰਨੀ ਵਾਰੀ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਬਾਲਕ ਹਰਗੋਬਿੰਦ ਨੂੰ। ਨੀਠ ਨੀਠ ਨਿਚ ਨੰਦ ਬਚਾਇਆ। ਮਾਤਾ ਜੀ ਕਹਿੰਦੇ ਨੇ ਮਸਾਂ ਮਸਾਂ ਤੇ ਅਸੀਂ ਇਹਨਾਂ ਨੂੰ ਬਚਾ ਕੇ ਰੱਖਿਆ ਹੈ। ਦਾਈ ਕੋਲੋਂ ਮਰਵਾਉਣ ਦੀ ਕੋਸ਼ਿਸ਼ ਕੀਤੀ, ਬ੍ਰਾਹਮਣ ਕੋਲੋਂ, ਸਪੇਰੇ ਕੋਲੋਂ। ਮਾਤਾ ਜੀ ਕਹਿੰਦੇ ਨੇ ਮਸਾਂ ਮਸਾਂ ਤੇ ਕਿਤੇ ਬਾਲਕ ਨੂੰ ਬਚਾ ਕੇ ਰੱਖਿਆ ਸੀ ਦੁਸ਼ਮਣਾਂ ਦੇ ਕੋਲੋਂ। ਤੁਮ ਸਮਰੱਥ ਹੋ ਨਿਤ ਸਭ ਭਾਂਤੀ। ਤੁਸੀਂ ਤੇ ਸਮਰੱਥ ਸੀ, ਹਰ ਤਰੀਕੇ ਨਾਲ ਸਮਰੱਥ ਸੀ। ਇੰਨੀ ਵਾਰੀ ਦੁਸ਼ਮਣ ਨੇ ਮਾਰਨਾ ਚਾਹਿਆ ਪਰ ਤੁਸੀਂ ਤੇ ਸਮਰੱਥ ਸੀ ਤੇ ਤੁਸੀਂ ਇਹਨੂੰ ਰੱਖ ਲੈਂਦੇ ਰਹੇ। ਕੌਣ ਆਸਰੋ ਗਹਿ ਪਛਾਤੀ। ਪਰ ਤੁਹਾਡੇ ਪਿੱਛੋਂ ਸਾਡਾ ਆਸਰਾ ਕਿਹੜਾ ਹੋਵੇਗਾ। ਮਹਾਰਾਜ ਕਿਵੇਂ ਅਸੀਂ ਬਚਾਂਗੇ। ਸ਼੍ਰੀ ਅਰਜਨ ਜੀ ਪੁਨਹ ਬਖਾਨੀ। ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਗੰਗਾ ਅਸ ਚਿੰਤਾ ਕਿਮ ਚਿਤ ਮਹਿ ਠਾਨੀ। ਗੰਗਾ ਤੂੰ ਇਹ ਚਿੰਤਾ ਮਨ ਵਿੱਚ ਕਿਉਂ ਲੈਂਦੇ। ਜਿਹੜੀ ਤੂੰ ਚਿੰਤਾ ਜ਼ਾਹਰ ਕੀਤੀ ਹੈ ਵੀ ਹਰਗੋਬਿੰਦ ਦਾ ਕੀ ਬਣੇਗਾ, ਸਾਡਾ ਕੀ ਬਣੇਗਾ। ਦੁਸ਼ਮਣ ਨੇ ਪਹਿਲਾਂ ਬੜੀ ਵਾਰੀ ਮਰਵਾਉਣ ਦੀ ਕੋਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਗੰਗਾ ਤੂੰ ਇਹ ਚਿੰਤਾ ਕਿਵੇਂ ਮਨ ਵਿੱਚ ਕਰ ਲਈ। ਸ਼੍ਰੀ ਨਾਨਕ ਸਮਰੱਥ ਜਗਨਨਾਥ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰੱਥ ਨੇ। ਯਾਦ ਰੱਖੋ ਸਾਧ ਸੰਗਤ, ਗੁਰੂ ਅਰਜਨ ਸਾਹਿਬ ਬਾਬਾ ਨਾਨਕ ਜੀ ਨੂੰ ਵੱਡਾ ਗੁਰੂ ਕਹਿੰਦੇ ਹੁੰਦੇ ਸੀ। ਸਭ ਤੇ ਵੱਡਾ ਸਤਿਗੁਰ ਨਾਨਕ। ਆ ਸੱਤਾ ਜੀ ਤੇ ਬਲਵੰਡ ਜੀ ਨੇ ਕਬੋਲ ਬੋਲੇ, ਬਾਬਾ ਨਾਨਕ ਜੀ ਦੀ ਸ਼ਾਨ ਵਿੱਚ ਕਬੋਲ ਬੋਲੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੈਂ ਤੁਹਾਡੇ ਘਰ ਆਇਆ ਸਾਂ, ਮੈਨੂੰ ਜੋ ਮਰਜ਼ੀ ਕਹਿ ਲੈਂਦੇ, ਪਰ ਜਿਹੜੀ ਤੁਸੀਂ ਵੱਡੇ ਗੁਰੂ ਜੀ ਦੀ ਸ਼ਾਨ ਵਿੱਚ ਕਬੋਲ ਬੋਲੇ ਨੇ ਮੈਂ ਨਹੀਂ ਬਰਦਾਸ਼ਤ ਕਰਦਾ। ਮਹਾਰਾਜ ਫਿਰ ਉਹਨਾਂ ਦੇ ਘਰੋਂ ਆ ਗਏ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਗੰਗਾ ਤੂੰ ਚਿੰਤਾ ਇਹ ਕੋ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਸਮਰੱਥ ਨੇ ਤੇ ਉਹ ਜਗਤ ਦੇ ਈਸ਼ਵਰ ਹਨ। ਤਿਨ ਕੋ ਅਹਿ ਬਾਤ ਪਰ ਹੱਥ। ਮਹਾਰਾਜ ਆਖਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਸਿਰ ਤੇ ਹੱਥ ਰੱਖ ਕੇ ਤੁਹਾਡੀ ਰੱਖਿਆ ਕਰਨਗੇ। ਸਦਾ ਸਹਾਇਕ ਬਿਗਨ ਨਸਾਇਕ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੇ ਬੇਅੰਤ ਹਨ ਤੇ ਉਹ ਹਰ ਤਰੀਕੇ ਨਾਲ ਤੁਹਾਡੀ ਰੱਖਿਆ ਕਰਨਗੇ। ਪ੍ਰਭ ਵਿਸਾਲ ਗਨ ਸ਼ਤਰਨ ਘਾਇਕ। ਉਹ ਬੜੇ ਸਮਰੱਥ ਨੇ ਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਨੇ। ਗੁਰ ਪ੍ਰਤਾਪ ਤੇ ਹਰ ਗੋਬਿੰਦ। ਮਹਾਰਾਜ ਕਹਿੰਦੇ ਬਾਕੀ ਰਹੀ ਗੱਲ ਹਰਗੋਬਿੰਦ ਦੀ, ਵੀ ਦੁਸ਼ਮਣ ਨਾ ਕਿਤੇ ਇਹਦਾ ਨੁਕਸਾਨ ਕਰ ਜਾਏ। ਮਹਾਰਾਜ ਕਹਿੰਦੇ ਨੇ ਗੰਗਾ ਗੁਰੂ ਦੇ ਪ੍ਰਤਾਪ ਨਾਲ ਇਹ ਜਿਹੜਾ ਹਰਗੋਬਿੰਦ ਹੈ, ਦਿਨ ਪ੍ਰਤ ਇਨ ਕੋ ਤੇਜ ਬਿਲੰਦ। ਦਿਨੋਂ ਦਿਨ ਤੇਰੇ ਹਰਗੋਬਿੰਦ ਦਾ ਤੇਜ ਵਧਦਾ ਜਾਏਗਾ, ਦਿਨੋਂ ਦਿਨ ਇਹਦਾ ਤੇਜ ਵਧਦਾ ਜਾਏਗਾ। ਅਪਰ ਨਾ ਕੀਜੈ ਚਿਤ ਚਿਤਾਈ। ਮਹਾਰਾਜ ਕਹਿੰਦੇ ਨੇ ਆਪਣੇ ਮਨ ਵਿੱਚ ਦੁਚਿੱਤੀ ਨਹੀਂ ਲਿਆਉਣੀ, ਚਿੱਤ ਵਿੱਚ ਦੁਚਿੱਤੀ ਨਹੀਂ ਲਿਆਉਣੀ। ਪਤਾ ਨਹੀਂ ਹਰਗੋਬਿੰਦ ਦੀ ਰੱਖਿਆ ਗੁਰੂ ਨਾਨਕ ਸਾਹਿਬ ਕਰਨ ਕਿ ਨਾ ਕਰਨ, ਪਤਾ ਨਹੀਂ ਗੁਰੂ ਨਾਨਕ ਸਾਡੀ ਸਹਾਇਤਾ ਕਰਨ ਕਿ ਨਾ ਕਰਨ। ਇਹ ਦੁਚਿੱਤੀ ਵਿੱਚ ਨਹੀਂ ਪੈਣਾ, ਭਾਵ ਕਿ ਪੂਰਾ ਭਰੋਸਾ ਰੱਖਣਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਸਿਰ ਤੇ ਹੱਥ ਰੱਖਣਗੇ, ਸਾਡਾ ਅਤੇ ਸੰਗਤਾਂ ਦਾ ਹਰਗੋਬਿੰਦ ਦੀ ਉਹ ਰੱਖਿਆ ਕਰਨਗੇ। ਸਾਧ ਸੰਗਤ, ਸਿੱਖ ਨੂੰ ਵਿਸ਼ਵਾਸ ਹੈ, ਸਿੱਖ ਇਕੱਲਾ ਵੀ ਹੋਏ, ਸਿੱਖ ਮੁਸੀਬਤ ਵਿੱਚ ਹੋਏ, ਸਿੱਖ ਨੂੰ ਵਿਸ਼ਵਾਸ ਹੈ ਵੀ ਜਿਹੜਾ ਮੇਰਾ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਮਹਾਰਾਜ ਕਹਿੰਦੇ ਗੰਗਾ ਵਿਸ਼ਵਾਸ ਰੱਖਣਾ, ਹਰ ਹਾਲਤ ਵਿੱਚ ਸਹਾਇਤਾ ਕਰਨਗੇ, ਮੱਥੇ ਤੇ ਹੱਥ ਰੱਖਣਗੇ। ਬੇਦੀ ਕੁਲ ਕੇ ਤਿਲਕ ਸਹਾਈ। ਜਿਹੜੇ ਬੇਦੀ ਕੁਲ ਦੇ ਸ਼੍ਰੋਮਣੀ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਅਸ ਕੈ ਕਰੁਣਾ ਧਾਰ ਨਿਹਾਰਾ। ਬੜੇ ਧਿਆਨ ਨਾਲ ਬਚਨ ਸੁਣਨਾ। ਫਿਰ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਕਿਰਪਾ ਦੇ ਘਰ ਆ ਗਏ। ਕਿਰਪਾ ਦੇ ਘਰ ਵਿੱਚ ਉਹਨਾਂ ਨੇ ਆਣ ਕੇ ਫਿਰ ਮਾਤਾ ਗੰਗਾ ਆਪਣੇ ਮਹਿਲ ਵੱਲ ਬੜੇ ਪਿਆਰ ਦੇ ਨਾਲ ਨਿਗਾਹ ਭਰ ਕੇ ਵੇਖਿਆ। ਔਰ ਗੰਗਾ ਕੇ ਮੋਹ ਬਿਦਾਰਾ। ਜਿਹੜਾ ਮਾਤਾ ਗੰਗਾ ਜੀ ਦੇ ਅੰਦਰ ਮੋਹ ਪੈਦਾ ਹੋ ਰਿਹਾ ਸੀ ਨਾ,
ਵੇਖਦਿਆਂ ਸਾਰੀ ਮਹਾਰਾਜ ਨੇ ਐਸੀ ਦ੍ਰਿਸ਼ਟੀ ਪਾਈ, ਗੰਗਾ ਜੀ ਮਾਤਾ ਜੀ ਦੇ ਅੰਦਰੋਂ ਸਾਰਾ ਮੋਹ ਹੀ ਇੱਕਦਮ ਸਾੜ ਕੇ ਸੁਆਹ ਕਰ ਦਿੱਤਾ। ਹਾਂਜੀ। ਪ੍ਰਾਪਤ ਭਇਓ ਗਿਆਨ ਸੁਖ ਦਾਨੀ। ਬਸ ਨਿਗਾਹ ਭਰ ਕੇ ਵੇਖਣ ਦੀ ਦੇਰ ਹੋਈ। ਇਹ ਗੁਰੂ ਦੀ ਦ੍ਰਿਸ਼ਟੀ ਹੈ, ਇਹ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ। ਅਮੇ ਦ੍ਰਿਸ਼ਟ ਸ਼ੁਭ ਕਰੈ। ਜਦੋਂ ਗੁਰੂ ਦ੍ਰਿਸ਼ਟੀ ਕਰਦਾ ਫਿਰ ਕੀ ਦੁੱਖ ਕੀ ਗਰੀਬੀਆਂ ਇਹ ਤੇ ਪਲ ਵਿੱਚ ਹੀ ਸੜ ਕੇ ਸੁਆ ਜਾਂਦੀਆਂ। ਬੰਦਾ ਸਾਰੀ ਜ਼ਿੰਦਗੀ ਚਿੰਤਾ ਵਿੱਚ ਮਰਦਾ ਤੇ ਸੜਦਾ ਰਹੇ, ਪਰ ਗੁਰੂ ਕਿਤੇ ਮੌਜ ਵਿੱਚ ਆਣ ਕੇ ਤੱਕ ਵੀ ਲੈਣਾ, ਇੱਕਦਮ ਉਹਦੀ ਚਿੰਤਾ ਖਤਮ ਹੋ ਜਾਂਦੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਨਿਗਾਹ ਭਰ ਕੇ ਦੇਖਿਆ ਤੇ ਮਾਤਾ ਗੰਗਾ ਜੀ ਦੇ ਜਿਹੜਾ ਅੰਦਰ ਮੋਹ ਸੀ ਉਹ ਸਾਰਾ ਨਾਸ਼ ਹੋ ਗਿਆ। ਤੇ ਹੁਣ ਮਾਤਾ ਗੰਗਾ ਜੀ ਕੀ ਕਹਿੰਦੇ ਨੇ? ਜਿਮ ਪਤ ਕਹਿਤ ਸਾਚ ਤਿਮ ਜਾਨੀ। ਮਾਤਾ ਗੰਗਾ ਜੀ ਕਹਿੰਦੇ ਨੇ, ਮਹਾਰਾਜ ਜੋ ਤੁਸੀਂ ਕਹਿੰਦੇ ਫਿਰ ਉਹੀ ਠੀਕ ਹੈ। ਕਰ ਕੋ ਜੋਰਤ ਬਾਕ ਬਖਾਨਾ। ਦੋਵੇਂ ਹੱਥ ਜੋੜ ਕੇ ਮਾਤਾ ਗੰਗਾ ਜੀ ਕਹਿਣ ਲੱਗੇ, ਜਥਾ ਜੋਗ ਸੋ ਕ੍ਰਿਤ ਤੁਮ ਠਾਨਾ। ਜਿਹੜਾ ਤੁਸੀਂ ਕਾਰਜ ਕਰਨ ਵਾਸਤੇ ਲਾਹੌਰ ਜਾਣਾ, ਜਿਹੜਾ ਤੁਸੀਂ ਮਨ ਬਣਾ ਲਿਆ ਪਈ ਐਸ ਕਾਰਜ ਲਈ ਲਾਹੌਰ ਜਾਣਾ ਹੈ, ਤੁਮ ਤੇ ਅਪਰ ਨ ਸਿਆਨੋ ਕੋਈ। ਮਾਤਾ ਗੰਗਾ ਜੀ ਕਹਿੰਦੇ ਤੁਹਾਡੇ ਨਾਲ ਸਿਆਣਾ ਕੌਣ ਹੈ? ਜੋ ਆਛੀ ਹੋਏ ਭਾਖੋ ਸੋਈ। ਆ ਕਈ ਸਾਡੇ ਭਰਾ ਕਹਿੰਦੇ ਨੇ ਜੀ ਇਹ ਰਿਵਾਜ ਹੀ ਹੁੰਦਾ ਵੀ ਜਦੋਂ ਕੋਈ ਪੁੱਤਰ ਚੜਾਈ ਕਰ ਜੇ, ਕੋਈ ਪੁਰਾਣੀ ਚੜਾਈ ਕਰ ਜੇ, ਅਸੀਂ ਅਰਦਾਸ ਕਰਦੇ ਜੀ ਭਾਣਾ ਮੰਨਣ ਦਾ ਬਲ ਬਖਸ਼ੋ। ਵੇਖੋ ਮਹਾਰਾਜ ਏਡੇ ਦਿਆਲੂ ਨੇ, ਏਡੀ ਕਿਰਪਾ ਕੀਤੀ। ਮਾਤਾ ਗੰਗਾ ਜੀ ਕਹਿੰਦੇ ਨੇ, ਮਹਾਰਾਜ ਜਿਹੜੀ ਗੱਲ ਤੁਸੀਂ ਕਰਦੇ ਹੋ ਜੇ ਤੁਹਾਨੂੰ ਚੰਗੀ ਲੱਗਦੀ ਫਿਰ ਸਾਨੂੰ ਵੀ ਚੰਗੀ ਲੱਗਦੀ ਹੈ। ਇਹ ਉਹ ਅਵਸਥਾ ਹੈ ਜਿੱਥੇ ਜਾ ਕੇ ਬੰਦਾ ਭਾਣੇ ਵਿੱਚ ਰਾਜੀ ਹੋ ਜਾਂਦਾ ਹੈ। ਹਾਂਜੀ। ਇਮ ਸੰਭਾਖਨ ਕਰ ਗੁਰ ਸੋਏ। ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਕਰ ਜਦੋਂ ਗੰਗਾ ਜੀ ਨੇ ਕਹਿਤਾ ਮਾਤਾ ਜੀ ਠੀਕ ਆ ਮਹਾਰਾਜ, ਜੇ ਤੁਹਾਨੂੰ ਉਹ ਚੀਜ਼ ਪ੍ਰਵਾਨ ਹੈ ਫਿਰ ਮੈਨੂੰ ਵੀ ਪ੍ਰਵਾਨ ਹੈ। ਇੰਨੀਆਂ ਗੱਲਾਂ ਬਾਤਾਂ ਕਰਦੇ ਮਹਾਰਾਜ ਫਿਰ ਆਰਾਮ ਕਰ ਲਗੇ, ਭਾਵ ਕੇ ਸੌਂ ਗਏ। ਜਾਮ ਜਾਮ ਨਹੀਂ ਜਾਗਰਨ ਹੋਏ। ਰਾਤ ਬਤੀਤ ਕੀਤੀ, ਪਹਿਰ ਰਾਤ ਰਹਿੰਦੀ। ਮਹਾਰਾਜ ਫਿਰ ਉੱਠ ਕੇ ਜਾਗ ਕੇ ਭਾਵ ਇਸ਼ਨਾਨ ਕਰ ਲੱਗੇ। ਕਿਰਿਆ ਇਸ਼ਨਾਨ ਆਦ ਸਭ ਕਰੀ। ਮਹਾਰਾਜ ਨੇ ਕਰਮ ਕਿਰਿਆ ਭਾਵ ਕੇ ਇਸ਼ਨਾਨ ਪਾਣ ਕੀਤਾ। ਬਹੁਰ ਸਮਾਦ ਰੂਪ ਨਿਜ ਧਰੀ। ਗੁਰੂ ਅਰਜਨ ਸਾਹਿਬ ਮਹਾਰਾਜ ਸਮਾਧੀ ਵਿੱਚ ਲੀਨ ਹੋ ਗਏ ਇਸ਼ਨਾਨ ਕਰਕੇ, ਭਾਵ ਕੇ ਭਗਤੀ ਵਿੱਚ ਲੀਨ ਹੋ ਗਏ। ਜਬ ਪ੍ਰਕਾਸ਼ ਰਬ ਕੋ ਹੋਇ ਆਇਓ। ਜਦੋਂ ਫਿਰ ਸੂਰਜ ਨਿਕਲ ਆਇਆ, ਚੜਨ ਹੇਤ ਖਾਸਾ ਮੰਗਵਾਇਓ। ਮਹਾਰਾਜ ਨੇ ਫਿਰ ਪਾਲਕੀ ਸਾਹਿਬ ਮੰਗਾ ਲਈ ਆਪਣੀ ਸਵਾਰੀ ਵਾਸਤੇ। ਪੰਜ ਸਿੱਖ ਲੈ ਆਪਣੇ ਸਾਥ। ਪੰਜ ਸਿੱਖ ਮਹਾਰਾਜ ਨੇ ਫਿਰ ਆਪਣੇ ਨਾਲ ਲੈ ਲਏ। ਕੀਨ ਅਰੂਡਨ ਅਰਜਨ ਨਾਥ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪੰਜ ਸਿੱਖ ਨਾਲ ਲੈ ਲਏ ਔਰ ਲਾਹੌਰ ਵਾਲੇ ਪਾਸੇ ਹਜ਼ੂਰ ਨੇ ਫਿਰ ਤਿਆਰੀ ਕਰ ਲਈ। ਵਿਦਿਆ ਜੇਠਾ ਲੰਗ ਪੈਰਾਣਾ। ਪੰਜ ਸਿੱਖ ਕਿਹੜੇ ਸਨ? ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ ਤੇ ਭਾਈ ਪੁਰਾਣਾ ਜੀ। ਪੰਚਮ ਪੈੜਾ ਸੰਗ ਪਿਆਣਾ। ਭਾਈ ਪੈੜਾ ਜੀ ਪੰਜਵੇਂ ਸਿੱਖ। ਇਹਨਾਂ ਫਿਰ ਸਾਰਿਆਂ ਨੇ ਚਾਲੇ ਪਾ ਲਏ। ਅਪਰ ਸਰਬਦੈ ਧੀਰਜ ਤਿਆਗੇ। ਜਿਹੜੇ ਬਾਕੀ ਸਿੱਖ ਸਨ ਮਹਾਰਾਜ ਨੇ ਉਹਨਾਂ ਨੂੰ ਧੀਰਜ ਦੇ ਕੇ ਉੱਥੇ ਹੀ ਛੱਡ ਦਿੱਤਾ। ਰਹੋ ਸੁਦਾਸਰ ਸੇਵਾ ਲਾਗੇ। ਹਜ਼ੂਰ ਕਹਿੰਦੇ ਤੁਸੀਂ ਹਰਮੰਦਰ ਸਾਹਿਬ ਦੀ ਸੇਵਾ 'ਚ ਲੱਗੇ ਰਹੋ, ਸਰੋਵਰਾਂ ਦੀ ਸੇਵਾ 'ਚ ਲੱਗੇ ਰਹੋ। ਸ਼੍ਰੀ ਹਰਿ ਗੋਬਿੰਦ ਸੰਗ ਸਦੀਵਾ। ਮਹਾਰਾਜ ਕਹਿੰਦੇ ਨੇ ਸਿੱਖਾਂ ਨੂੰ ਕਹਿੰਦੇ ਨੇ ਤੁਸੀਂ ਸਦਾ ਹੀ ਹਰਗੋਬਿੰਦ ਦੇ ਨਾਲ ਰਹਿਣਾ। ਦਰਸ਼ਨ ਪਰਸੋ ਹਰਖ ਧਰੀਵਾ। ਹਰਗੋਬਿੰਦ ਦੇ ਦਰਸ਼ਨ ਕਰਦੇ ਰਹਿਣਾ ਤੇ ਆਪਣੇ ਸੁੱਖ ਪ੍ਰਾਪਤ ਕਰਨੇ। ਨਿਕਸ ਗ੍ਰਹਿ ਤੇ ਸਤਿਗੁਰ ਆਏ। ਇੰਨੀ ਗੱਲ ਕਹਿ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਘਰੋਂ ਨਿਕਲ ਆਏ। ਗਏ ਸੁਦਾਸਰ ਕੋ ਦਰਸਾਏ। ਹਰਮੰਦਰ ਸਾਹਿਬ ਨੂੰ ਮਹਾਰਾਜ ਚੱਲ ਪਏ। ਪਿਤ ਥਲ ਜਾਨ ਭਾਉ ਬੜ ਧਾਰਾ। ਸਾਧ ਸੰਗਤ ਫਿਰ ਪਿਤਾ ਜੀ ਦਾ ਅਸਥਾਨ ਜਾਣ ਕੇ ਜਦੋਂ ਹਰਮੰਦਰ ਸਾਹਿਬ ਆਏ ਨਾ ਮਹਾਰਾਜ ਲਾਹੌਰ ਜਾਣ ਤੋਂ ਪਹਿਲਾਂ, ਪਿਤਾ ਜੀ ਦਾ ਅਸਥਾਨ ਜਾਣ ਕੇ ਗੁਰੂ ਅਰਜਨ ਸਾਹਿਬ ਦਾ ਹਿਰਦਾ ਪਿਆਰ ਦੇ ਨਾਲ ਭਰ ਗਿਆ। ਨਮਸਕਾਰ ਕੀਨ ਸਦਰਬਾਰਾ। ਦਰਬਾਰ ਸਾਹਿਬ ਭਾਵ ਕੇ ਹਰਮੰਦਰ ਸਾਹਿਬ ਆਣ ਕੇ ਨਮਸਕਾਰ ਕੀਤੀ। ਸਦਾ ਕੀਰਤਨ ਕੀ ਧੁਨ ਜਹਾਂ। ਜਿੱਥੇ ਹਰਮੰਦਰ ਸਾਹਿਬ ਸਦਾ ਹੀ ਕੀਰਤਨ ਹੁੰਦਾ ਰਹਿੰਦਾ ਹੈ, ਸਦਾ ਹੀ ਜਿੱਥੋਂ ਕੀਰਤਨ ਦੇ ਧੁਨਾਂ ਦੀ ਆਵਾਜ਼ ਆਉਂਦੀ ਹੈ, ਹਜ਼ੂਰ ਫਿਰ ਹਰਮੰਦਰ ਸਾਹਿਬ ਆ ਗਏ। ਸ਼੍ਰੀ ਹਰਮੰਦਰ ਸੁੰਦਰ ਮਹਾ। ਹਰਮੰਦਰ ਸਾਹਿਬ ਜਿਹੜਾ ਮਹਾ ਸੁੰਦਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਦੇਖੋ, ਸਾਰੇ ਕਿਰਪਾ ਕਰਿਓ। ਭਾਈ ਸੰਤੋਖ ਸਿੰਘ ਕਹਿੰਦੇ ਨੇ ਹਰਮੰਦਰ ਸਾਹਿਬ ਜਿਹੜਾ ਮਹਾ ਸੁੰਦਰ ਹੈ,
ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਕੇ ਦੇਖੋ, ਮਹਾਰਾਜ ਕਹਿੰਦੇ ਨੇ, ਪ੍ਰਭ ਹਰ ਮੰਦਰ ਸੋਹਣਾ, ਪ੍ਰਭ ਹਰ ਮੰਦਰ ਸੋਹਣਾ, ਪ੍ਰਭ ਹਰ ਮੰਦਰ ਸੋਹਣਾ, ਪ੍ਰਭ ਹਰ ਮੰਦਰ ਸੋਹਣਾ। ਸਿੱਖ ਵਾਸਤੇ ਹਰਮੰਦਰ ਤੋਂ ਸੋਹਣਾ ਕੋਈ ਦੁਨੀਆ ਵਿੱਚ ਨਹੀਂ। ਪ੍ਰਭ ਹਰ ਮੰਦਰ ਸੋਹਣਾ, ਪ੍ਰਭ ਹਰ ਮੰਦਰ ਸੋਹਣਾ, ਪ੍ਰਭ ਹਰ ਮੰਦਰ ਸੋਹਣਾ, ਪ੍ਰਭ ਹਰ ਮੰਦਰ ਸੋਹਣਾ। ਤਿਸ ਮੈਂ ਮਾਨਕ ਲਾਲ, ਤਿਸ ਮੈਂ ਮਾਨਕ ਲਾਲ, ਤਿਸ ਮੈਂ ਮਾਨਕ ਲਾਲ, ਤਿਸ ਮਹਿ ਮਾਨਕ ਲਾਲ। ਹਰਮੰਦਰ ਸਾਹਿਬ ਜਿਹੜਾ ਮਹਾ ਸੁੰਦਰ ਹੈ, ਗੁਰੂ ਜੀ ਫਿਰ ਉੱਥੇ ਆ ਗਏ। ਕਰੀ ਪ੍ਰਕਰਮਾ ਪਿਤਾ ਨਿਹੋਰੇ, ਪ੍ਰਕਰਮਾ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਹਰਮੰਦਰ ਸਾਹਿਬ ਜੀ ਦੇ ਪਿਤਾ ਜੀ ਦੇ ਦਰਸ਼ਨ ਕਰ ਲੱਗ ਪਏ। ਧਰਿਓ ਧਿਆਨ ਬੰਦਤ ਕਰ ਜੋਰੇ, ਪਿਤਾ ਜੀ ਦਾ ਧਿਆਨ ਧਰ ਕੇ ਫਿਰ ਡੰਡੌਤ ਬੰਦਨਾ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ। ਨਿਕਸੇ ਵਹਿਰ ਪੰਥ ਤਿਸ ਪਰੇ, ਗੁਰੂ ਅਰਜਨ ਸਾਹਿਬ ਮਹਾਰਾਜ ਹਰਮੰਦਰ ਸਾਹਿਬ ਨਮਸਕਾਰ ਕਰਕੇ ਫਿਰ ਬਾਹਰ ਨਿਕਲ ਆਏ। ਲਵਪੁਰ ਦੇਸ਼ ਸਨ ਮੁਖ ਮੁਖ ਕਰੇ, ਜਿਹੜਾ ਰਸਤਾ ਲਾਹੌਰ ਵੱਲ ਨੂੰ ਜਾਂਦਾ ਸੀ, ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਲਾਹੌਰ ਵਾਲੇ ਪਾਸੇ ਮੁਖ ਕਰਕੇ ਚੱਲ ਪਏ। ਸਿੱਖ ਸਕਲ ਜੁਤ ਹਰ ਗੋਬਿੰਦ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਨਾਲ ਸਿੱਖ ਵੀ ਸਨ। ਵਿਦਾ ਹੇਤ ਗਮਨੇ ਨਰ ਬ੍ਰਿੰਦ, ਸਾਰੇ ਸਿੱਖ ਤੇ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਵਿਦਾਇਗੀ ਦੇਣ ਵਾਸਤੇ, ਭਾਵ ਕਿ ਵਿਦਿਆ ਕਰਨ ਵਾਸਤੇ ਸ਼ਹਿਰੋਂ ਬਾਹਰ ਚਲੇ ਗਏ। ਕਿਤਕ ਦੂਰ ਜਬ ਪਹੁੰਚੇ ਜਾਈ, ਜਦੋਂ ਅੰਮ੍ਰਿਤਸਰ ਸਾਹਿਬ ਤੋਂ ਕਾਫੀ ਦੂਰ ਚਲੇ ਗਏ, ਖਰੇ ਭਏ ਸਤਿਗੁਰ ਸੁਖਦਾਈ। ਗੁਰੂ ਅਰਜਨ ਸਾਹਿਬ ਜੀ ਖੜੇ ਹੋ ਗਏ ਤੇ ਫਿਰ ਉਪਦੇਸ਼ ਕਰ ਲੱਗ ਪਏ। ਸਭ ਸੋ ਕਹਿ ਲੀਕੇ ਉਪਦੇਸ਼, ਗੁਰੂ ਅਰਜਨ ਸਾਹਿਬ ਜੀ ਸਾਰਿਆਂ ਨੂੰ ਬੜਾ ਸ੍ਰੇਸ਼ਟ ਤੇ ਪਿਆਰਾ ਉਪਦੇਸ਼ ਕਰ ਲੱਗ ਪਏ। ਸਿਮਰੋ ਸਤਿਗੁਰ ਹਰੋ ਕਲੇਸ਼, ਮਹਾਰਾਜ ਕਹਿੰਦੇ ਨੇ ਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ ਤੇ ਆਪਣੇ ਦੁੱਖ ਨਿਵਰਤ ਕਰਦੇ ਰਹਿਣਾ। ਸਾਹਿਬ ਬੁੱਢਾ ਅਰ ਗੁਰਦਾਸ, ਬੜੇ ਧਿਆਨ ਨਾਲ ਸੁਣਨਾ, ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ, ਇਨ ਜੋਤ ਸ਼੍ਰੀ ਹਰਿ ਗੋਬਿੰਦ ਪਾਸ। ਹਰਗੋਬਿੰਦ ਵੀ ਤੁਹਾਡੇ ਕੋਲ ਹੈ, ਬਾਬਾ ਬੁੱਢਾ ਜੀ ਵੀ ਤੁਹਾਡੇ ਕੋਲ ਨੇ, ਭਾਈ ਗੁਰਦਾਸ ਵੀ ਤੁਹਾਡੇ ਕੋਲ ਨੇ, ਤੁਸੀਂ ਫਿਕਰ ਕਿਉਂ ਕਰਦੇ ਹੋ? ਰਹੋ ਸਦਾ ਧਰ ਗੁਰਮਤਿ ਆਛੇ, ਸਦਾ ਆਪਣੀ ਜ਼ਿੰਦਗੀ ਗੁਰਮਤਿ ਦੇ ਆਸ਼ੇ ਅਨੁਸਾਰ ਬਤੀਤ ਕਰਨੀ। ਨਿਤ ਪ੍ਰਸੰਨ ਰਾਖੋ ਹਮ ਪਾਛੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਮੇਰੇ ਤੋਂ ਪਿੱਛੋਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਸਾਹਿਬ ਨੂੰ ਪ੍ਰਸੰਨ ਰੱਖਣਾ, ਤੁਸੀਂ ਇਹਨਾਂ ਨੂੰ ਖੁਸ਼ ਰੱਖਣਾ। ਹਾਂਜੀ, ਕਿਨਹੂ ਆਗਿਆ ਭੰਗ ਨ ਕਰਨੀ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੀ ਆਗਿਆ ਭੰਗ ਨਹੀਂ ਕਰਨੀ, ਜੋ ਕਹਿਣ ਸਤ ਬਚਨ ਕਹਿਣਾ। ਹਾਂਜੀ, ਨਿਜ ਮਤ ਕੀਜੈ ਇਨ ਅਨੁਸਰਨੀ, ਸਿੱਖੋ ਆਪਣੀ ਮਤ ਨੂੰ ਇਹਨਾਂ ਦੇ ਅਨੁਸਾਰ ਤੁਸੀਂ ਚਲਾਉਣਾ, ਆਪਣੀ ਮਤ ਦੀ ਮਰਜ਼ੀ ਨਹੀਂ ਕਰਨੀ, ਇਹਨਾਂ ਦੇ ਅਨੁਸਾਰ ਚੱਲਣਾ। ਹਰ ਗੋਬਿੰਦ ਕੋ ਪੁਨੈ ਸੁਨਾਈ, ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਹਰਗੋਬਿੰਦ ਨੂੰ ਕਹਿਣ ਲੱਗੇ, ਅਦਪ ਰਾਖੋ ਨਿਤ ਬੁੱਢਾ ਭਾਈ। ਮਹਾਰਾਜ ਕਹਿੰਦੇ ਨੇ, ਪੁੱਤਰ ਹਰਗੋਬਿੰਦ, ਬਾਬਾ ਬੁੱਢਾ ਸਾਹਿਬ ਦੇ ਸਦਾ ਸਨਮੁਖ ਰਹਿਣਾ, ਇਹਨਾਂ ਦੀ ਆਗਿਆ ਵਿੱਚ ਰਹਿਣਾ। ਜਿਮ ਆਗਿਆ ਦੇ ਤੈਸੇ ਰਹਿਣਾ, ਜਿਵੇਂ ਬਾਬਾ ਬੁੱਢਾ ਜੀ ਆਗਿਆ ਦੇਣ ਉਸੇ ਤਰ੍ਹਾਂ ਕਰਨਾ, ਇਹਨਾਂ ਨੂੰ ਸਤ ਬਚਨ ਕਹਿਣਾ। ਹਾਂਜੀ, ਨੈ ਇਨਕੇ ਸਨਮੁਖ ਕਬ ਕਹਿਣਾ, ਬਾਬਾ ਬੁੱਢਾ ਸਾਹਿਬ ਜੀ ਦਾ ਕਿਹਾ ਨਹੀਂ ਮੰਨਣਾ, ਇਹ ਤੇ ਦੂਰ ਦੀ ਗੱਲ, ਇਹਨਾਂ ਦੇ ਸਾਹਮਣੇ ਬੋਲਣਾ ਵੀ ਨਹੀਂ, ਇਹਨਾਂ ਦੇ ਸਾਹਮਣੇ ਬਚਨ ਨਹੀਂ ਕਰਨਾ ਕੋਈ। ਜੋ ਕਹਿ ਦੇਣ ਬਾਬਾ ਬੁੱਢਾ ਸਾਹਿਬ ਜੀ, ਹਰਗੋਬਿੰਦ ਪੁੱਤਰ ਉਹਨੂੰ ਸਤ ਬਚਨ ਕਹਿ ਕੇ ਮੰਨ ਲਈ। ਦੋਹਰਾ ਸੁਨ ਸ਼੍ਰੀ ਅਰਜਨ ਕੇ ਬਚਨ, ਬੁੱਢਾ ਆਦ ਜੀ ਦਾਸ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨ ਸੁਣੇ ਬਾਬਾ ਬੁੱਢਾ ਸਾਹਿਬ ਨੇ, ਭਾਈ ਗੁਰਦਾਸ ਸਾਹਿਬ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਇਹ ਜਿਹੜਾ ਉਪਦੇਸ਼ ਪਹਿਲਾਂ ਸਿੱਖਾਂ ਨੂੰ ਕੀਤਾ, ਫਿਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਬਾਰੇ, ਤੇ ਇੰਨਾ ਬਚਨ ਜਦੋਂ ਕੀਤਾ ਤੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਮੱਥਾ ਟੇਕਣ ਲੱਗ ਪਏ। ਜੋਤ ਸ਼੍ਰੀ ਹਰਿ ਗੋਬਿੰਦ ਕੇ ਬੰਦ ਚਰਨ ਸੁਖ ਰਾਸ। ਸਾਧ ਸੰਗਤ, ਸੱਤਾ ਤੇ ਬਲਵੰਡ ਇੱਕ ਵਾਰੀ ਚੌਂਕੀ ਲਾ ਕੇ ਕੀਰਤਨ ਦੀ, ਜਿਹੜੇ ਪਾਸੇ ਬਾਬਾ ਬੁੱਢਾ ਸਾਹਿਬ ਦੀ ਨਹੀਂ, ਬੇਰ ਸਾਹਿਬ ਪਰਲੇ ਪਾਸੇ, ਉੱਥੇ ਬਾਬਾ ਬੁੱਢਾ ਜੀ ਬੈਠੇ ਸੀ। ਬਾਬਾ ਬੁੱਢਾ ਜੀ ਕਹਿੰਦੇ ਨੇ, ਯਾਰ ਬਾਬੀਓ,
ਕਰਤਾਰਪੁਰ ਸਾਹਿਬ ਵੱਡੇ ਗੁਰੂ ਜੀ ਕੋਲੋਂ ਅਸੀਂ ਸ਼ਬਦ ਸੁਣਦੇ ਹੁੰਦੇ ਸਾਂ, ਭੀ ਤੇਰੀ ਕੀਮਤ ਨਾ ਪਵੇ ਹੁਣ ਕੇ ਵੱਡਾ ਖਾਨਾ। ਬਾਬਾ ਬੁੱਢਾ ਜੀ ਕਹਿੰਦੇ ਪਤਾ ਨਹੀਂ ਕੀ ਗੱਲ ਹੈ, ਅੱਜ ਸਵੇਰ ਦਾ ਮੇਰਾ ਧਿਆਨ ਕਰਤਾਰਪੁਰ ਵਿੱਚ ਹੈ, ਅੱਜ ਮੇਰਾ ਸ਼ਬਦ ਸੁਣਨ ਨੂੰ ਬੜਾ ਜੀ ਕਰਦਾ। ਸੱਤਾ ਤੇ ਬਲਵੰਡ ਜੀ ਬੈਠੋ, ਮੈਨੂੰ ਸ਼ਬਦ ਸੁਣਾਓ। ਸੱਤਾ ਤੇ ਬਲਵੰਡ ਕਹਿਣ ਲੱਗੇ, ਬਾਬਾ ਬੁੱਢਾ ਜੀ ਹੁਣੇ ਤੇ ਅਸੀਂ ਕੀਰਤਨ ਕਰਕੇ ਆਏ ਆ, ਕੱਲ ਤੁਸੀਂ ਆ ਜਿਓ ਹਜੂਰ ਦੇ ਦਰਬਾਰ ਵਿੱਚ, ਜਿਹੜਾ ਸ਼ਬਦ ਆਖੋਗੇ ਉਹੀ ਸੁਣਾ ਦੇਣਗੇ। ਬਾਬਾ ਬੁੱਢਾ ਸਾਹਿਬ ਨੇ 3 ਵਾਰੀ ਆਖਿਆ, ਮੇਰਾ ਬੜਾ ਚਿੱਤ ਕਰਦਾ, ਮੈਨੂੰ ਸ਼ਬਦ ਸੁਣਾਓ। ਸੱਤਾ ਦੇ ਬਲਵੰਡ ਕਹਿਣ ਲੱਗੇ, ਬਾਬਾ ਜੀ ਜਦੋਂ ਸ਼ਬਦ ਚੌਂਕੀ ਹੋਏਗੀ ਆਇਓ, ਜਿਹੜਾ ਆਖੋਗੇ ਸੁਣਾ ਦਾਂਗੇ। ਬਾਬਾ ਜੀ ਚੁੱਪ ਰਹੇ ਗਏ। ਅਗਲੇ ਦਿਨ ਭਾਈ ਸੱਤਾ ਤੇ ਬਲਵੰਡ ਕੀਰਤਨ ਕਰ ਲਗੇ। ਮਹਾਰਾਜ ਕਹਿੰਦੇ ਨੇ, ਮੇਰਾ ਹੁਣ ਅੱਜ ਚਿੱਤ ਨਹੀਂ ਕਰਦਾ ਤੁਹਾਡੇ ਕੋਲੋਂ ਕੀਰਤਨ ਸੁਣਨ। ਮਹਾਰਾਜ ਕੀ ਗੱਲ ਹੋ ਗਈ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਕੱਲ ਜਦੋਂ ਮੈਂ ਕਿਹਾ ਸੀ ਉਦੋਂ ਤੇ ਤੁਸੀਂ ਸੁਣਾਇਆ ਨਹੀਂ ਮੈਨੂੰ। ਮਹਾਰਾਜ ਤੁਸੀਂ ਕਿਹਾ ਹੋਏ ਕੀਰਤਨ ਸੁਣਾਓ ਤੇ ਅਸੀਂ ਨਾ ਸੁਣਾਇਆ ਹੋਵੇ, ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਚੇਤਾ ਕਰੋ, ਆਓ ਬੇਰੀ ਦੇ ਹੇਠ ਦੋਵੇਂ ਰਬਾਬੀ ਕਹਿੰਦੇ, ਮਹਾਰਾਜ ਇਹ ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਸ਼ਬਦ ਸੁਣਾਓ, ਤੁਸਾਂ ਤੇ ਨਹੀਂ ਕਿਹਾ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨੇਤਰ ਪਿਆਰ ਨਾਲ ਭਰ ਗਏ। ਮਹਾਰਾਜ ਕਹਿੰਦੇ ਨੇ, ਸੱਤਾ ਤੇ ਬਲਵੰਡ ਭਾਈ ਬੁੱਢੇ ਵਿੱਚ ਮੈਂ ਹੀ ਤੇ ਬੋਲ ਰਿਹਾ ਸਾਂ, ਮੈਂ ਹੀ ਬੋਲ ਰਿਹਾ ਸਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਇਹਨਾਂ ਦਾ ਬਚਨ ਭੰਗ ਨਹੀਂ ਕਰਨਾ। ਜਦੋਂ ਇੰਨੇ ਬਚਨ ਹੋਏ ਤੇ ਸੁੱਖਾਂ ਦੀ ਰਾਸ, ਸੁੱਖਾਂ ਦੇ ਦਾਤੇ ਗੁਰੂ ਅਰਜਨ ਸਾਹਿਬ ਨੂੰ ਸਾਰੀ ਨਮਸਕਾਰ ਕਰ ਲੱਗ ਪਏ। ਚੌਪਈ ਬਾਰ ਬਾਰ ਕਰ ਬਿਨੈ ਕਨੇਰੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਰ-ਬਾਰ ਬੜੀ ਵਾਰੀ ਬੇਨਤੀ ਕੀਤੀ ਸੰਗਤ ਨੂੰ, ਹੁਣ ਤੁਸੀਂ ਵਾਪਸ ਹੋ ਜਾਓ ਅੰਮ੍ਰਿਤਸਰ ਨੂੰ। ਹਟ ਬੇਚੈਤ ਨਹੀਂ ਤਿਸ ਬੇਰੀ। ਪਰ ਕੋਈ ਵੀ ਵਾਪਸ ਨਹੀਂ ਸੀ ਆਉਣਾ ਚਾਹੁੰਦਾ। ਹਾਂਜੀ, ਸ਼੍ਰੀ ਅਰਜਨ ਕਹਿ ਕਰ ਬਹੁ ਬਾਰੀ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਰੀ-ਵਾਰੀ ਭਾਵਗੇ ਬਾਰ-ਬਾਰ ਬੇਨਤੀ ਕੀਤੀ, ਜਾਓ ਚਲੇ ਜਾਓ। ਜਾਏ ਸਾਧ ਸੰਗਤ ਗੁਰੂ ਅਰਜਨ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ, 300 ਤੋਂ ਉੱਪਰ ਧਰਮ ਨੇ। ਕੋਈ ਪੈਗੰਬਰ ਦੱਸ ਦਿਓ ਆਪਣੇ ਚੇਲੇ ਨੂੰ ਬੇਨਤੀ ਕਰਦਾ। ਇੱਕ ਤੁਹਾਡੇ ਗੁਰੂ ਅਰਜਨ ਸਾਹਿਬ ਨੇ ਜਦੋਂ ਸਿੱਖ ਸੌਣ ਲੱਗੇ ਨਾ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਪੁੱਤਰਾ ਕਰੂੰ ਬੇਨੰਤੀ, ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲ। ਪੁੱਤਰ ਮੇਰਾ ਮਿੱਤਰ ਬਣ ਕੇ ਬੇਨਤੀ ਸੁਣ ਮੇਰੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੇਰੀ ਬੇਨਤੀ ਸੁਣੋ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀ ਆ। ਉਹ ਬੇਨਤੀ ਕਰਦੇ ਨੇ, ਐਡੇ ਨਿਮਰਤਾ ਦੇ ਪੁੰਜ। ਹਜ਼ੂਰ ਨੇ ਬਾਰ-ਬਾਰ ਸੰਗਤ ਨੂੰ ਬੇਨਤੀ ਕੀਤੀ, ਜਾਓ ਚਲੇ ਜਾਓ ਹੁਣ ਵਾਪਸ, ਪਰ ਨਹੀਂ ਜਾਂਦੇ ਸਿੱਖ। ਹਾਂਜੀ, ਬਰਬਸ ਸਭਨ ਹਟਾਏ ਪਛਾਰੀ। ਜਦੋਂ ਫਿਰ ਬੇਨਤੀ ਨੇ ਮੰਨੀ, ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਵੀ ਸਾਰੇ ਵਾਪਸ ਹੋ ਜਾਓ। ਆਪਣੀ ਜੋਤ ਪੁੱਤਰ ਮਹਿ ਧਾਰੀ। ਮਹਾਰਾਜ ਕਹਿੰਦੇ ਨੇ, ਮੈਂ ਆਪਣੀ ਜਿਹੜੀ ਜੋਤ ਸੀ ਹੁਣ ਹਰ ਗੋਬਿੰਦ ਦੇ ਵਿੱਚ ਟਿਕਾਉਂਦਾ ਹਾਂ। ਗੁਰ ਅਸ਼ੋਕ ਤਬ ਚਲੇ ਅਗਾਰੀ। ਜਿਹੜੇ ਸ਼ੋਕ ਤੋਂ ਭਾਵ ਕੇ ਕਿਸੇ ਗਮੀ ਤੋਂ ਰਹਿਤ ਗੁਰੂ ਅਰਜਨ ਸਾਹਿਬ ਫਿਰ ਲਾਹੌਰ ਵਾਲੇ ਪਾਸੇ ਚੱਲ ਪਏ। ਪਟਿਓ ਸਿੱਖ ਇੱਕ ਗੋਇੰਦਵਾਲ। ਇੱਕ ਸਿੱਖ ਨੂੰ ਮਹਾਰਾਜ ਫਿਰ ਗੋਇੰਦਵਾਲ ਸਾਹਿਬ ਨੂੰ ਭੇਜ ਦਿੱਤਾ। ਪਹੁੰਚੋ ਆਜ ਤਹਾਂ ਮਗ ਚਾਲ। ਮਹਾਰਾਜ ਉਸ ਸਿੱਖ ਨੂੰ ਕਹਿੰਦੇ ਨੇ, ਸਿੱਖਾ ਤੂੰ ਬਹੁਤ ਛੇਤੀ ਗੋਇੰਦਵਾਲ ਸਾਹਿਬ ਪਹੁੰਚ ਜਾ। ਮਿਲੋ ਅਰਥ ਮਲ ਕੋ ਤੁਮ ਜਾਏ। ਜਾ ਕੇ ਗੋਇੰਦਵਾਲ ਸਾਹਿਬ ਭਾਈ ਅਰਥਮਲ ਨੂੰ ਮਿਲਣਾ। ਸਾਧ ਸੰਗਤ ਯਾਦ ਰੱਖੋ, ਗੁਰੂ ਅਮਰਦਾਸ ਜੀ ਦੇ ਵੱਡੇ ਸੁਪੁੱਤਰ ਦਾ ਨਾਮ ਸੀ ਬਾਬਾ ਮੋਹਰੀ। ਮੋਹਰੀ ਪੁੱਤ ਸਨਮੁਖ ਹੋਇਆ। ਬਾਬਾ ਮੋਹਰੀ ਜੀ ਦਾ ਪੁੱਤਰ ਸੀ ਅਰਥਮਲ। ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਦਾ ਪੁੱਤਰ ਸੀ ਭਾਈ ਅਰਥਮਲ। ਗੁਰੂ ਅਰਜਨ ਸਾਹਿਬ ਸਿੱਖ ਨੂੰ ਕਹਿੰਦੇ ਨੇ, ਤੂੰ ਗੋਇੰਦਵਾਲ ਚਲਾ ਜਾ ਤੇ ਭਾਈ ਅਰਥਮਲ ਨੂੰ ਜਾ ਕੇ ਮਿਲੀ ਤੇ ਤੂੰ ਛੇਤੀ ਗੋਇੰਦਵਾਲ ਸਾਹਿਬ ਪਹੁੰਚ ਜਾ। ਹਾਂਜੀ, ਲਾਉਪੁਰ ਗਮਨ ਦੇਹੋ ਸੁਨਾਏ। ਮੇਰੇ ਵੱਲੋਂ ਜਾ ਕੇ ਭਾਈ ਅਰਥਮਲ ਨੂੰ ਭਾਵ ਕੇ ਮੇਰੇ ਮਾਮਾ ਜੀ ਦੇ ਪੁੱਤਰ ਨੂੰ ਕਹਿਣਾ ਵੀ ਗੁਰੂ ਜੀ ਲਾਹੌਰ ਚਲੇ ਗਏ ਨੇ। ਹੋਤ ਪ੍ਰਾਤ ਕੇ ਸੋ ਚਲ ਆਵੇ। ਜਦੋਂ ਸਵੇਰੇ ਦਿਨ ਚੜੇ ਤੇ ਉਹਨਾਂ ਨੂੰ ਕਹਿਣਾ ਵੀ ਲਾਹੌਰ ਵਾਲੇ ਪਾਸੇ ਤੂੰ ਵੀ ਚੱਲ ਪੈ। ਹਮ ਕੋ ਮਿਲੇ ਬੋਧ ਉਪਜਾਵੈ। ਮਹਾਰਾਜ ਕਹਿੰਦੇ, ਜਦੋਂ ਭਾਈ ਅਰਥਮਲ ਮੈਨੂੰ ਲਾਹੌਰ ਆਣ ਕੇ ਮਿਲੇਗਾ, ਉਹਨਾਂ ਨੂੰ ਪਤਾ ਲੱਗੇਗਾ ਮੈਨੂੰ ਯਾਦ ਕੀਤਾ। ਜਦੋਂ ਮੈਨੂੰ ਆਣ ਕੇ ਮਿਲਣਗੇ ਉਹਨਾਂ ਨੂੰ ਤੇ ਖੁਸ਼ੀ ਹੋਣੀ ਹੈ, ਮੈਨੂੰ ਬੜੀ ਖੁਸ਼ੀ ਹੋਏਗੀ। ਸਾਧ ਸੰਗਤ ਮੈਨੂੰ ਮਾਫ ਕਰਨਾ,
ਭਗਤੀ ਉਹਨੂੰ ਨਹੀਂ ਕਹਿੰਦੇ ਵੀ ਰਿਸ਼ਤੇਦਾਰਾਂ ਨੂੰ ਮਿਲਣਾ ਛੱਡ ਦਿਓ, ਸਮਾਜ ਨੂੰ ਮਿਲਣਾ ਛੱਡ ਦਿਓ। ਗੁਰੂ ਅਰਜਨ ਸਾਹਿਬ ਮਹਾਰਾਜ ਇਹ ਕਹਿਣਾ ਚਾਹੁੰਦੇ ਨੇ, ਕਿਸੇ ਸਮੇਂ 'ਚ ਖੁਸ਼ੀਆਂ ਗਮੀਆਂ 'ਚ ਲੋਕ ਨਾਨਕਿਆਂ ਨੂੰ ਵੀ ਯਾਦ ਕਰਦੇ ਨੇ, ਰਿਸ਼ਤੇਦਾਰਾਂ ਨੂੰ ਵੀ ਯਾਦ ਕਰਦੇ ਨੇ। ਮਹਾਰਾਜ ਕਹਿੰਦੇ ਨੇ ਭਾਈ ਅਰਥਮਲ ਨੂੰ ਆਖਣਾ ਵੀ ਲਾਹੌਰ ਚਲੇ ਗਏ ਨੇ ਗੁਰੂ ਜੀ, ਤੈਨੂੰ ਯਾਦ ਕੀਤਾ, ਤੂੰ ਸਵੇਰੇ ਦਿਨ ਚੜ੍ਹਨ ਤੋਂ ਬਾਅਦ ਚੱਲ ਪੈ। ਤੇ ਮਹਾਰਾਜ ਕਹਿੰਦੇ ਜਦੋਂ ਉਹ ਮੈਨੂੰ ਮਿਲਣਗੇ ਉਹ ਵੀ ਖੁਸ਼ ਹੋਣਗੇ ਤੇ ਮੈਂ ਵੀ ਬੜਾ ਪ੍ਰਸੰਨ ਹੋਵਾਂਗਾ। ਸੁਨਤ ਸਿੱਖ ਉਤਲਾਵਤ ਧਾਵਾ, ਇੰਨਾ ਬਚਨ ਸੁਣ ਕੇ ਉਹ ਸਿੱਖ ਫਿਰ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ। ਸੰਧਿਆ ਹੋਤ ਪੁਰੀ ਪ੍ਰਸ਼ਵਾਵਾ, ਸ਼ਾਮਾਂ ਪੈਣ ਤੋਂ ਪਹਿਲਾਂ ਪਹਿਲਾਂ, ਸੰਧਿਆ ਦੇ ਵੇਲੇ, ਰਾਤ ਪੈਣ ਤੋਂ ਪਹਿਲਾਂ ਪਹਿਲਾਂ ਉਹ ਸਿੱਖ ਇੰਨੀ ਛੇਤੀ ਤੁਰਿਆ, ਗੋਇੰਦਵਾਲ ਸਾਹਿਬ 'ਚ ਜਾ ਕੇ ਦਾਖਲ ਹੋ ਗਿਆ। ਮਿਲਿਓ ਅਰਥਮਲ ਕੋ ਕਰ ਨਮੋ, ਫਿਰ ਭਾਈ ਅਰਥਮਲ ਨੂੰ ਜਾ ਕੇ ਮਿਲਿਆ। ਫਿਰ ਇਹ ਸਿੱਖ ਜਾ ਕੇ ਹਾਥ ਜੋੜ ਬੈਠਿਓ ਤਿਹ ਸਮੋ, ਦੋਵੇਂ ਹੱਥ ਜੋੜ ਕੇ ਉਹ ਸਿੱਖ ਭਾਈ ਅਰਥਮਲ ਦੇ ਕੋਲ ਬੈਠ ਗਿਆ। ਸ਼੍ਰੀ ਸਤਿਗੁਰ ਕੋ ਦੀਨ ਸੰਦੇਸਾ, ਗੁਰੂ ਅਰਜਨ ਸਾਹਿਬ ਜੀ ਦਾ ਸੁਨਾਹ ਦੇਣ ਲੱਗ ਪਿਆ ਉਹ ਸਿੱਖ ਭਾਈ ਅਰਥਮਲ ਨੂੰ। ਤੁਮ ਕੋ ਸਿਮਰਨ ਕੀਨ ਵਿਸ਼ੇਸ਼ਾ, ਸਿੱਖ ਕਹਿੰਦਾ ਭਾਈ ਅਰਥਮਲ ਜੀ ਤੁਹਾਨੂੰ ਗੁਰੂ ਅਰਜਨ ਸਾਹਿਬ ਨੇ ਬੜੇ ਵਿਸ਼ੇਸ਼ ਤੌਰ ਤੇ ਯਾਦ ਕੀਤਾ। ਲਾਹਪੁਰ ਕੋ ਗਮਨੇ ਜਿਸ ਕਾਲ, ਜਦੋਂ ਲਾਹੌਰ ਨੂੰ ਚੱਲਣ ਲੱਗੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ, ਬੋ ਕੋ ਕਰਤਾ ਗੀਤ ਵਿਸਾਲ, ਉਹਨਾਂ ਨੇ ਮੈਨੂੰ ਬੜਾ ਤਗੜਾ ਹੁਕਮ ਕੀਤਾ, ਬੜਾ ਉਹਨਾਂ ਨੇ ਸਖਤ ਹੁਕਮ ਕੀਤਾ ਤੁਹਾਡੇ ਬਾਰੇ। ਪ੍ਰਾਤ ਚੜਾਵੋ ਤਿਨ ਕੋ ਜਾਏ, ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਦਿਨ ਚੜ੍ਹਦਿਆਂ ਸਾਰੀ ਅਰਥਮਲ ਨੂੰ ਮੇਰੇ ਵਾਲੇ ਪਾਸੇ ਤੋਰ ਦਿਓ। ਸੁਨ ਆਗਿਆ ਮੈਂ ਆਇਓ ਧਾਏ, ਸਿੱਖ ਕਹਿਣ ਲੱਗਾ ਭਾਈ ਅਰਥਮਲ ਜੀ ਗੁਰੂ ਅਰਜਨ ਸਾਹਿਬ ਦਾ ਹੁਕਮ ਮੰਨ ਕੇ ਮੈਂ ਕਿਤੇ ਦੌੜ ਕੇ ਤੁਹਾਡੇ ਕੋਲ ਪਹੁੰਚਿਆ, ਦੌੜ ਕੇ, ਮੈਂ ਤੁਰ ਕੇ ਨਹੀਂ ਪਹੁੰਚਿਆ, ਮੈਂ ਤੇ ਦੌੜ ਕੇ ਆਇਆ ਤੁਹਾਡੇ ਕੋਲ। ਹਾਂਜੀ। ਇਮ ਕੈ ਬਾਕ ਸੁਨੇ ਬਿਸਮਾਨੇ, ਜਦੋਂ ਭਾਈ ਅਰਥਮਲ ਨੇ ਇਹ ਬਚਨ ਸੁਣੇ ਵੀ ਗੁਰੂ ਅਰਜਨ ਸਾਹਿਬ ਲਾਹੌਰ ਨੂੰ ਚਲੇ ਗਏ ਤੇ ਮੈਨੂੰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਯਾਦ ਕੀਤਾ, ਤੇ ਮੈਨੂੰ ਉਹਨਾਂ ਨੇ ਏਡਾ ਪਿਆਰ ਨਾਲ ਯਾਦ ਕੀਤਾ ਵੀ ਦਿਨ ਚੜ੍ਹਦੇ ਆ ਜਾਈ ਤੇ ਮੈਂ ਵੀ ਖੁਸ਼ ਹੋਵਾਂਗਾ ਤੇ ਮੇਰਾ ਭਰਾ ਵੀ ਖੁਸ਼ ਹੋਏਗਾ। ਭਾਈ ਅਰਥਮਲ ਜੀ ਆਪਣੇ ਮਨ ਵਿੱਚ ਕੋਈ ਅਨੁਮਾਨ ਲਾਉਣ ਲੱਗ ਪਏ। ਹਾਂਜੀ। ਕਾਰਨ ਕੌਣ ਕਰਤ ਅਨੁਮਾਨੇ, ਭਾਈ ਅਰਥਮਲ ਜੀ ਕਹਿਣ ਲੱਗੇ ਵੀ ਮਨ ਵਿੱਚ ਅੰਦਾਜ਼ਾ ਲਾਉਂਦੇ ਨੇ ਕੀ ਕਾਰਨ ਹੋਏਗਾ, ਮੈਨੂੰ ਕਿਉਂ ਬੁਲਾਇਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਅਸਲ ਵਿੱਚ ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਨਾਨਕਾ ਪਰਿਵਾਰ ਹੈ। ਗੁਰੂ ਅਮਰਦਾਸ ਮਹਾਰਾਜ ਨਾਨਾ ਜੀ ਨੇ ਤੇ ਇਹ ਮਾਮਾ ਜੀ ਦੇ ਪੁੱਤਰ ਨੇ ਭਾਈ ਅਰਥਮਲ। ਭਾਈ ਅਰਥਮਲ ਅਨੁਮਾਨ ਲਾਉਂਦਾ ਪਤਾ ਨਹੀਂ ਕੀ ਕਾਰਨ ਹੋਏਗਾ ਜੋ ਮੈਨੂੰ ਯਾਦ ਕੀਤਾ ਹੈ। ਸ਼੍ਰੀ ਗੁਰ ਅਮਰ ਅੰਸ ਮਿਲ ਸਾਰੇ, ਗੁਰੂ ਅਮਰਦਾਸ ਜੀ ਦੀ ਸਾਰੀ ਅੰਸ਼ ਬੰਸ਼ ਭਾਵ ਕੇ ਮਹਾਰਾਜ ਦਾ ਸਾਰਾ ਪਰਿਵਾਰ ਹੀ ਫਿਰ ਕੋਲ ਆਣ ਕੇ ਬੈਠ ਗਿਆ। ਸਿੱਖ ਸੋ ਬੂਝਤ ਕਰਤ ਵਿਚਾਰੇ, ਸਾਰੇ ਇਕੱਠੇ ਹੋ ਕੇ ਸਿੱਖ ਨੂੰ ਪੁੱਛਣ ਲੱਗੇ। ਸੁਨਿਓ ਜੋ ਸ਼ਾਹ ਪਠਿਓ ਪਰਵਾਨਾ, ਪਰਿਵਾਰ ਕਹਿਣ ਲੱਗਾ, ਨਾਨਕਾ ਪਰਿਵਾਰ ਕਹਿਣ ਲੱਗਾ ਸਾਧ ਸੰਗਤ ਉਸ ਪਰਿਵਾਰ ਦੇ ਗੁਰੂ ਅਰਜਨ ਸਾਹਿਬ ਦੋਹਤਰੇ ਵੀ ਨੇ, ਉਸ ਪਰਿਵਾਰ ਦੇ ਭਣੇਵੇਂ ਵੀ ਨੇ। ਭਾਈ ਸੰਤੋਖ ਕਹਿੰਦੇ ਨੇ ਵੀ ਸਾਰਾ ਪਰਿਵਾਰ ਕਹਿਣ ਲੱਗਾ ਸਾਨੂੰ ਪਤਾ ਲੱਗਾ ਪਈ ਜਿਹੜਾ ਬਾਦਸ਼ਾਹ ਉਹਨੇ ਕੋ ਪਰਵਾਨਾ ਭੇਜਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਹਾਂਜੀ। ਜਾਂ ਤੇ ਚਿਤ ਮੈਂ ਚਿੰਤ ਮਹਾਨਾ, ਸਾਰਾ ਨਾਨਕਾ ਪਰਿਵਾਰ ਕਹਿਣ ਲੱਗਾ ਸਾਨੂੰ ਤੇ ਬੜੀ ਚਿੰਤਾ ਹੋ ਗਈ ਇਸ ਗੱਲ ਤੇ, ਸਾਡਾ ਤੇ ਮਨ ਚਿੰਤਾ ਨਾਲ ਭਰ ਗਿਆ ਵੀ ਕਿਉਂ ਬਾਦਸ਼ਾਹ ਨੇ ਪਰਵਾਨਾ ਘੱਲ ਕੇ ਗੁਰੂ ਜੀ ਨੂੰ ਬੁਲਾਇਆ ਹੈ। ਕਰੇ ਸ਼ਤਰਤਾ ਮੂਰਖ ਚੰਦੂ, ਸਿੱਖ ਕਹਿਣ ਲੱਗਾ ਅਸਲ ਵਿੱਚ ਗੱਲ ਇਹ ਆ ਜਿਹੜਾ ਚੰਦੂ ਹੈ ਉਹ ਹੁਣ ਦੁਸ਼ਮਣੀਆਂ ਕਮਾਉਣ ਲੱਗਾ ਪਿਆ। ਮੂਰਖ, ਐਡਾ ਵੱਡਾ ਮੂਰਖ ਹੈ, ਉਹਦੇ ਦੁਸ਼ਮਣੀਆਂ ਕਮਾਉਣ ਲੱਗ ਪਿਆ ਗੁਰੂ ਅਰਜਨ ਸਾਹਿਬ ਨਾਲ। ਬਿਨ ਦੋਸ਼ਨ ਕੇ ਦੋਸ਼ ਬਿਲੰਦੂ, ਬਿਨਾਂ ਦੋਸ਼ਾਂ ਤੋਂ ਗੁਰੂ ਅਰਜਨ ਸਾਹਿਬ ਦੇ ਦੋਸ਼ ਲਾਈ ਜਾਂਦਾ। ਅੱਜ ਕੀ ਹੋਇਆ ਜਦੋਂ ਹਕੂਮਤ ਦੀ ਨੀਅਤ ਮਾੜੀ ਹੋਏ ਬਹਾਨੇ ਲੱਭਦੀ ਹੈ। ਆ ਜਿਹੜੇ ਬੰਦੇ ਨੇ ਕਿਸੇ ਕੁੱਤੇ ਨੂੰ ਸੋਟਾ ਨਹੀਂ ਸੀ ਮਾਰਿਆ ਉਹਦੇ ਵੀ ਐਨਐਸਏ ਲਾ ਕੇ ਤੋੜ ਦਿੱਤਾ ਉਧਰ। ਹਕੂਮਤਾਂ ਬਹਾਨਾ ਪਾਲਦੀਆਂ ਨੇ। ਸਿੱਖ ਕਹਿਣ ਲੱਗਾ ਕੋਈ ਦੋਸ਼ ਵੀ ਨਹੀਂ ਕੀਤਾ ਗੁਰੂ ਅਰਜਨ ਸਾਹਿਬ ਨੇ, ਚੰਦੂ ਐਵੇਂ ਦੋਸ਼ ਮੜੀ ਜਾਂਦਾ ਹੈ। ਬਹੁਤ ਵਿਚਾਰਤ ਨਿਸਾ ਬਿਤਾਈ, ਇਸ ਤਰ੍ਹਾਂ ਫਿਰ ਗੱਲਾਂ ਬਾਤਾਂ ਕਰਦਿਆਂ ਸਾਰੀ ਰਾਤ ਬਤਾ ਦਿੱਤੀ। ਚੱਲਿਓ ਅਰਥਮਲ ਪਿਖ ਅਰੁਨਾਈ, ਜਦੋਂ ਫਿਰ ਦਿਨ ਚੜ ਗਿਆ ਤੇ ਭਾਈ ਅਰਥਮਲ ਜੀ ਫਿਰ ਹੁਕਮ ਮੰਨ ਕੇ ਫਿਰ ਲਾਹੌਰ ਵਾਲੇ ਪਾਸੇ ਚੱਲ ਪਏ। ਇਤ ਸ਼੍ਰੀ ਅਰਜਨ ਗੁਰ ਤੇ ਸਮੋ, ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਸਮੇਂ ਲਾਹੌਰ ਤੇ ਨਹੀਂ ਉਸ ਦਿਨ ਪਹੁੰਚਿਆ ਗਿਆ, ਰਸਤੇ ਵਿੱਚ ਕਿਤੇ ਮਹਾਰਾਜ ਠਹਿਰੇ, ਕਿਸੇ ਡੇਰਾ ਕੀਤਾ। ਰਾਮਦਾਸਪੁਰ ਕਰ ਕੋ ਨਮੋ, ਜਿੱਥੋਂ ਫਿਰ ਮਹਾਰਾਜ ਨੇ ਸਿੱਖਾਂ ਨੂੰ ਵਾਪਸ ਕੀਤਾ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਅੰਮ੍ਰਿਤਸਰ ਵੱਲ ਨੂੰ ਮੁੱਖ ਕਰਕੇ ਗੁਰੂ ਅਰਜਨ ਸਾਹਿਬ ਨੇ ਫਿਰ
ਨਮਸਕਾਰ ਕੀਤੀ। ਸਨੇ ਸਨੇ ਬਗ ਮੈਂ ਪ੍ਰਸਥਾਨੇ, ਗੁਰੂ ਜੀ ਫਿਰ ਆਸਤੇ ਆਸਤੇ ਲਾਹੌਰ ਵਾਲੇ ਚੱਲ ਪਏ। ਢੇਰੋ ਕਰ ਜਾਮਨ ਗੁਜਰਾਨੇ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਆਸਤੇ ਆਸਤੇ ਫਿਰ ਲਾਹੌਰ ਵਾਲੇ ਪਾਸੇ ਚੱਲ ਪਏ, ਜਿੱਥੇ ਰਾਤ ਡੇਰਾ ਕੀਤਾ ਸੀ ਹਜੂਰ। ਫਿਰ ਰਾਤ ਬਤੀਤ ਕੀਤੀ, ਫਿਰ ਸਵੇਰੇ ਮਹਾਰਾਜ ਪਹਿ ਰਾਤ ਰਹਿੰਦੀ ਜਾਗ ਪਏ, ਉੱਠ ਪਏ। ਭਈ ਪ੍ਰਾਤ ਹੋਏ ਕਰ ਅਸਵਾਰ, ਜਦੋਂ ਦਿਨ ਚੜ ਗਿਆ ਹਜੂਰ ਫਿਰ ਸਵਾਰ ਹੋ ਕੇ ਫਿਰ ਅੱਗੇ ਚੱਲ ਪਏ। ਪਹੁੰਚਤ ਭੇ ਲਵਪੁਰੀ ਬਜ਼ਾਰ, ਹਜੂਰ ਫਿਰ ਲਾਹੌਰ ਵਿੱਚ ਪਹੁੰਚ ਗਏ। ਇਕ ਸੱਦੂ ਸਿੱਖ ਗੁਰਮੁਖ ਮਹਾ, ਉਸ ਲਾਹੌਰ ਵਿੱਚ ਇੱਕ ਸੱਧੂ ਨਾਮ ਦਾ ਸਿੱਖ ਰਹਿੰਦਾ ਸੀ। ਯਾਦ ਰੱਖੋ ਸਾਸਨ ਭਾਈ ਬੁੱਧੂ ਸੀ ਨਾ ਜਿਹੜਾ, ਜਿਹਦੇ ਆਵੇ ਕੱਚੇ ਰਹਿ ਗਏ ਸੀ। ਇੱਕ ਸਿੱਖ ਨੇ ਆਖਿਆ ਸੀ ਕੱਚੇ ਰਹਿਣਗੇ। ਉਹ ਭਾਈ ਬੁੱਧੂ ਦੇ ਪਿਤਾ ਦਾ ਨਾਮ ਸੀ ਭਾਈ ਸੁੱਧੂ। ਇੱਥੇ ਸੱਧੂ ਆਇਆ, ਉਹ ਪ੍ਰਜਾਪਤ ਸੀ, ਸ਼ਾਹੀ ਇੱਟਾਂ ਘੜਦਾ ਹੁੰਦਾ ਸੀ। ਉਹ ਜਿਹੜਾ ਸਿੱਖ ਸੀ ਲਾਹੌਰ ਵਿੱਚ ਰਹਿੰਦਾ ਸੀ, ਬੜਾ ਗੁਰਮੁਖ ਸੀ ਉਹ। ਹਾਂਜੀ, ਕਰਤ ਪ੍ਰਤੀਖਨ ਬਾਸੈ ਤਹਾਂ, ਉਹਨੂੰ ਬੜਾ ਚਿਰ ਉਡੀਕ ਕਰਦਿਆਂ ਲੰਘ ਗਈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਉਡੀਕਦਾ ਸੀ। ਦੀਨ ਅਹੋ ਮੈਂ ਦੀਨਨ ਦਿਆਲਾ, ਉਹ ਰੋਜ਼ ਅਰਦਾਸ ਕਰਦਾ, ਹੈ ਗੁਰੂ ਅਰਜਨ ਸਾਹਿਬ ਮੈਂ ਗਰੀਬ ਹਾਂ ਤੇ ਤੁਸੀਂ ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਪਿਖੋ ਭਗਤ ਕੇ ਭਾਉ ਵਿਸਾਲਾ, ਭਾਈ ਬੁੱਧੂ ਸਾਹਿਬ ਦੇ ਜਿਹੜੇ ਪਿਤਾ ਸੀ ਭਾਈ ਸੱਧੂ ਜੀ, ਉਹ ਕਹਿੰਦੇ ਨੇ ਮਹਾਰਾਜ ਤੁਸੀਂ ਆਪਣੇ ਭਗਤ ਦੇ ਦਿਲ ਦਾ ਪਿਆਰ ਵੇਖੋ, ਮੇਰੇ ਮਨ 'ਚ ਬੜਾ ਪਿਆਰ ਹੈ ਤੁਹਾਡੇ ਪ੍ਰਤੀ। ਮਮ ਕਰ ਨਿਸਾ ਬਾਸ ਜੇ ਕਰਹੀ, ਬੜੇ ਧਿਆਨ ਨਾਲ ਸੁਣਨਾ, ਸਮਾਪਤੀ ਹੋਣ ਲੱਗੀ ਹੈ। ਭਾਈ ਸਿੱਧੂ ਪਤਾ ਕੀ ਆਂਦਾ, ਰੋਜ਼ ਅਰਦਾਸਾਂ ਕਰਦਾ, ਮਹਾਰਾਜ ਜੇ ਕਿਤੇ ਤੁਸੀਂ ਲਾਹੌਰ ਆਓ ਤੇ ਕਿਤੇ ਮੇਰੇ ਘਰ ਵਿੱਚ ਰਾਤ ਬਤੀਤ ਕਰੋ। ਸਰਬ ਸੇਵ ਠਾਨੋ ਨਿਜ ਕਰਹੀ, ਭਾਈ ਸਿੱਧੂ ਕਹਿੰਦਾ ਮਹਾਰਾਜ ਬਜ਼ੁਰਗ ਹੋ ਗਿਆ, ਭਾਈ ਬੁੱਧੂ ਜਵਾਨ ਹੈ ਹੁਣ। ਭਾਈ ਸਿੱਧੂ ਅਰਦਾਸਾਂ ਕਰਦਾ, ਮਹਾਰਾਜ ਜੇ ਤੁਸੀਂ ਮੇਰੇ ਘਰ ਵਿੱਚ ਰਾਤ ਕੱਟੋ, ਮੈਂ ਸਾਰੀਆਂ ਸੇਵਾਵਾਂ ਆਪਣੇ ਹੱਥੀਂ ਤੁਹਾਡੀਆਂ ਕਰਾਂਗਾ। ਕਰਨ ਆਹਾਰ ਆਦ ਜੇ ਸੇਵਾ, ਭੋਜਨ ਪਾਣੀ ਛਕਾਉਣਾ ਜਾਂ ਕੋਈ ਹੋਰ ਸੇਵਾ ਕਰਨੀ, ਕਰਵਾ ਮੈਂ ਮੋਤੇ ਗੁਰ ਦੇਵਾ। ਜੇ ਮੈਨੂੰ ਤੁਸੀਂ ਇਹ ਸੇਵਾ ਦਾ ਮੌਕਾ ਦਿਓਗੇ, ਬਨੋ ਕਿਰਤਾਰਥ ਪੂਰਹਿ ਆਸਾ, ਮੇਰੀ ਸਾਰੀ ਜ਼ਿੰਦਗੀ ਦੀ ਆਸਾ ਪੂਰੀ ਹੋ ਜੇ, ਮੇਰਾ ਸਾਰਾ ਮਨੋਰਥ ਪੂਰਾ ਹੋ ਜਾਏਗਾ। ਸਿਮਰਤ ਸਤਿਗੁਰ ਧਰ ਪਰਵਾਸਾ, ਗੁਰੂ ਜੀ ਦੇ ਭਰੋਸਾ ਰੱਖ ਕੇ ਗੁਰੂ ਜੀ ਨੂੰ ਸਿਮਰਦਾ ਰਹਿੰਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਤੇ ਅਰਦਾਸਾਂ ਕਰਦਾ ਰਹਿੰਦਾ ਹੈ। ਨਿਸ ਦਿਨ ਜਿਸ ਕੇ ਉਰ ਲਿਵ ਲਾਗੀ, ਸਾਧ ਸੰਗਤ ਜਿਸ ਦਿਨ ਤੋਂ ਭਾਈ ਸਿੱਧੂ ਜੀ ਦੇ ਅੰਦਰ ਲਿਵ ਲੱਗ ਗਈ, ਗੁਰੂ ਅਰਜਨ ਸਾਹਿਬ ਆਉਣ, ਮੇਰੇ ਘਰ ਵਿੱਚ ਰਾਤ ਕੱਟਣ, ਮੈਨੂੰ ਸੇਵਾ ਦਾ ਮੌਕਾ ਦੇਣ ਤੇ ਮੈਂ ਸਾਰੀਆਂ ਸੇਵਾਵਾਂ ਹੱਥੀਂ ਕਰਾਂਗਾ। ਇਹ ਸਾਰੀ ਜਿਹੜੀ ਉਹਨਾਂ ਦੇ ਅੰਦਰ ਲਿਵ ਲੱਗੀ ਸੀ, ਬੜੇ ਭਰੋਸੇ ਦੇ ਨਾਲ ਗੁਰੂ ਜੀ ਨੂੰ ਯਾਦ ਕਰਦਾ ਹੈ। ਮੈਂ ਕੇ ਸਮੇਂ ਬਨਹੁ ਵੱਡ ਭਾਗੀ, ਬੜੇ ਧਿਆਨ ਨਾਲ ਸੁਣਨਾ, ਭਾਈ ਸਿੱਧੂ ਨਾਲੇ ਹਰ ਰੋਜ਼ ਯਾਦ ਕਰਦਾ ਹੈ, ਨਾਲੇ ਕਹਿੰਦਾ ਭਈ ਉਹ ਕਿਹੜਾ ਸਮਾਂ ਹੋਏਗਾ ਜਦੋਂ ਮੈਂ ਵਡਭਾਗਾ ਬਣਾਂਗਾ, ਜਦੋਂ ਗੁਰੂ ਜੀ ਮੇਰੇ ਕੋਲ ਆਉਣਗੇ ਵਡਭਾਗਾ ਤੇ ਫੇਰ ਹੀ ਆ। ਹਾਂਜੀ, ਕੀਰਤਨ ਮੇਲ ਕਰਤ ਬਹੁ ਤੇਰਾ, ਭਾਈ ਸਿੱਧੂ ਜੀ ਕੀਰਤਨ ਵੀ ਕਰਦੇ ਨੇ, ਸ਼ਬਦ ਵੀ ਆਪਣੇ ਘਰ ਵਿੱਚ ਪੜ੍ਹਦੇ ਨੇ ਤੇ ਰੋਜ਼ ਅਰਦਾਸ ਕਰਦੇ ਨੇ, ਮਹਾਰਾਜ ਕਿਤੇ ਸੇਵਾ ਦਾ ਮੌਕਾ ਬਖਸ਼ੋ। ਹਿਰਦੇ ਪ੍ਰਤੀਕਤ ਸੰਜ ਸਬੇਰਾ, ਸਾਧ ਸੰਗਤ ਸਵੇਰੇ ਸ਼ਾਮ ਭਾਈ ਸਿੱਧੂ ਹਰ ਰੋਜ਼ ਹੀ ਗੁਰੂ ਜੀ ਨੂੰ ਉਡੀਕਦਾ, ਹਰ ਰੋਜ਼ ਹੀ ਗੁਰੂ ਜੀ ਨੂੰ ਉਡੀਕਦਾ। ਕਰਨ ਕਾਮਨਾ ਪੂਰਨ ਤਾਹੀ, ਇੱਕ ਸ਼ਬਦ ਆਉਂਦਾ ਭਾਈ ਗੁਰਦਾਸ ਜੀ ਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋੜ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਜੇ ਇੱਕ ਕਦਮ ਪੁੱਟਦਾ ਤੇ ਜੇ ਸਿੱਖ ਇੱਕ ਕਦਮ ਪੁੱਟਦਾ ਤੇ ਗੁਰੂ ਕਰੋੜਾਂ ਕਦਮ ਚੱਲ ਕੇ ਜਾਂਦਾ। ਸਾਰੀ ਜ਼ਿੰਦਗੀ ਭਾਈ ਸਿੱਧੂ ਜੀ ਬੇਨਤੀ ਕਰਦੇ ਨੇ, ਮਹਾਰਾਜ ਕਿਤੇ ਆਓ, ਸਵੇਰੇ ਸ਼ਾਮ ਇਹੀ ਅਰਦਾਸਾਂ ਕਰਦਾ ਹੈ। ਸਭ ਤਜ ਗਏ ਸਿੱਖ ਘਰ ਮਾਹੀ, ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਵਿੱਚ ਜਦੋਂ ਦਾਖਲ ਹੋਏ, ਬੜੇ ਸਿੱਖ ਸੀ ਲਾਹੌਰ ਵਿੱਚ, ਗੁਰੂ ਅਰਜਨ ਸਾਹਿਬ ਮਹਾਰਾਜ ਸਾਰੇ ਸਿੱਖਾਂ ਨੂੰ ਛੱਡ ਕੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਉਸ ਸਿੱਖ ਦੇ ਘਰ ਵਿੱਚ ਚਲੇ ਗਏ ਜਿਹਨੂੰ ਕਈ ਵਰੇ ਹੋ ਗਏ ਸੀ ਉਡੀਕਦਿਆਂ। ਉਦੋਂ ਪਤਾ ਲੱਗਾ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਉਹਦੇ ਘਰ ਵਿੱਚ ਪ੍ਰਵੇਸ਼ ਕਰ ਗਏ। ਊਚ ਨੀਚ ਕੀ ਪਰਖ ਨ ਕੋਈ, ਮਹਾਰਾਜ ਨੇ ਊਚ ਨੀਚ ਨਹੀਂ ਵੇਖਿਆ, ਕੀ ਬਰਾਦਰੀ ਹੈ, ਕੀ ਜਾਤੀ ਹੈ, ਕੀ ਬਰਾਦਰੀ ਹੈ। ਮਹਾਰਾਜ ਨੇ ਪ੍ਰੇਮ ਵੇਖਿਆ। ਗੁਰੂ ਜੀ ਊਚ ਨੀਚ ਨਹੀਂ ਸੀ ਵੇਖਦੇ ਹੁੰਦੇ, ਗੁਰੂ ਜੀ ਪ੍ਰੇਮ ਵੇਖਦੇ ਸੀ। ਗੁਰੂ ਜੀ ਉਹਦੇ ਘਰ ਵਿੱਚ ਚਲੇ ਗਏ। ਪ੍ਰੇਮ ਬਲੋਕਤ ਹਰ ਗੁਰ ਸੋਈ, ਗੁਰੂ ਜੀ ਉਹਦਾ ਪ੍ਰੇਮ ਵੇਖ ਕੇ ਉਹਦੇ ਘਰ ਚਲੇ ਗਏ। ਹੁਣ ਤੁਸੀਂ ਅਨੁਮਾਨ ਲਾਓ ਪਈ, ਜਿਹੜਾ ਸਿੱਖ ਕਈ ਵਰਿਆਂ ਤੋਂ ਉਡੀਕ ਰਿਹਾ ਸੀ,
ਕੋਈ ਟੈਲੀਫੋਨ ਨਹੀਂ, ਕੋਈ ਟੈਲੀਗ੍ਰਾਮ ਨਹੀਂ, ਕੋਈ ਚਿੱਠੀ ਪੱਤਰ ਨਹੀਂ, ਕੋਈ ਸੁਣਾ ਨਹੀਂ ਘੱਲਿਆ ਮੈਂ ਆ ਰਿਹਾ। ਜਿਹੜਾ ਸਿੱਖ ਸਾਰੀ ਜ਼ਿੰਦਗੀ ਅਰਦਾਸਾਂ ਕਰਦਾ ਰਿਹਾ ਕਿਤੇ ਲਾਹੌਰ ਵਿੱਚ ਆਉਣ ਤੇ ਮੇਰੇ ਘਰ ਵਿੱਚ ਰਾਤ ਕੱਟਣ, ਮੇਰਾ ਜਨਮ ਮਨ ਕੱਟਿਆ ਜਾਏ, ਤੇ ਫਿਰ ਜਦੋਂ ਉਦੋਂ ਹੀ ਪਤਾ ਲੱਗਾ ਜੋ ਗੁਰੂ ਅਰਜਨ ਸਾਹਿਬ ਦਰਵਾਜ਼ਾ ਲੰਘ ਗਏ ਤੇ ਫਿਰ ਉਸ ਖੁਸ਼ੀ ਦਾ ਕੀ ਪਾਰਾਵਾਰ ਹੋਏਗਾ। ਸਿੱਖ ਦੇ ਦਿਲ ਵਿੱਚ ਕੀ ਫਿਰ ਹੜ ਆਏ ਹੋਣਗੇ ਪ੍ਰੇਮ ਦੇ, ਇਹ ਫਿਰ ਗੁਰੂ ਜਾਣੇ, ਗੁਰੂ ਕਾ ਸਿੱਖ ਜਾਣੇ। ਇਸ ਤੋਂ ਅਗਲੇ ਪਾਸੇ ਸਾਧ ਸੰਗਤ ਫਿਰ ਗੁਰੂ ਜੀ ਉਹਨੂੰ ਨਿਹਾਲ ਕਰਨਗੇ, ਭਾਈ ਅਰਥਮਲ ਵੀ ਆਣ ਕੇ ਮਿਲਣਗੇ। ਇਸ ਤੋਂ ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਨਾ। ਗੁਰੂ ਬਖਸ਼ਣਹਾਰ, ਗੁਰੂ ਕੀ ਸੰਗਤ ਬਖਸ਼ਣਹਾਰ ਧੰਨ ਗੁਰੂ ਰਾਮਦਾਸ ਮਹਾਰਾਜ ਦਾ, ਗੁਰੂ ਅਰਜਨ ਦੇਵ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਜੀ ਕੋਟਾਨ ਕੋਟ ਸ਼ੁਕਰ ਭੁੱਲ ਚੁੱਕ ਦੀ ਖੇਮਾ ਸਾਰੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिसै जगाए पे आए हर रस, अकथ कथा तिन जानी। आओ सरवण करिए गुरसिੱਖੀ ਦੇ ਇਤਿਹਾਸ ਨੂੰ ਕਥਾ ਵਿਚਾਰ ਰਾਹੀਂ। ਗੁਰਦੁਆਰਾ ਮੰਜੀ ਸਾਹਿਬ